ਇਤਿਹਾਸ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ। ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜਿਹੜਾ ਆਪਣਾ ਇਤਿਹਾਸ ਹੈ ਇਹਨੂੰ 3 ਭਾਗਾਂ ਦੇ ਵਿੱਚ 3 ਤੋਂ 4 ਭਾਗਾਂ ਦੇ ਵਿੱਚ ਵੰਡਿਆ ਗਿਆ। ਜਿਵੇਂ ਏਸ਼ੀਐਂਟ, ਮੈਡੀਵਲ, ਏਸ਼ੀਐਂਟ ਹਿਸਟਰੀ। ਏਸ਼ੀਐਂਟ ਤੋਂ ਬਾਅਦ ਆਉਂਦੀ ਹੈ ਏਸ਼ੀਐਂਟ ਤੋਂ ਬਾਅਦ ਮੈਡੀਵਲ ਤੋਂ ਬਾਅਦ ਮਾਡਰਨ ਹਿਸਟਰੀ ਅਤੇ ਵਰਲਡ ਹਿਸਟਰੀ। ਅਗਰ ਤੁਸੀਂ PCS IAS ਦੀ ਤਿਆਰੀ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਾਰੀ ਹਿਸਟਰੀ ਹੀ ਕਵਰ ਕਰਨੀ ਪਏਗੀ। ਅਗਰ ਤੁਸੀਂ ਪੰਜਾਬ ਦੇ ਟੈਸਟਾਂ ਦੀ ਗੱਲ ਕਰ ਲਈਏ ਤਾਂ ਇਹਦੇ 'ਚ ਤੁਹਾਨੂੰ ਜ਼ਿਆਦਾਤਰ ਹਿੱਸਾ ਮਾਡਰਨ ਹਿਸਟਰੀ ਅਤੇ ਏਸ਼ੀਐਂਟ ਹਿਸਟਰੀ ਦੇ ਵਿੱਚੋਂ ਕੁਝ ਕੁਐਸਚਨ ਆਉਂਦੇ ਹਨ। ਅੱਜ ਅਸੀਂ ਗੱਲ ਕਰਾਂਗੇ ਏਸ਼ੀਐਂਟ ਹਿਸਟਰੀ, ਪ੍ਰਾਚੀਨ ਇਤਿਹਾਸ ਦੀ, ਅਤੇ ਉਸ ਤੋਂ ਬਾਅਦ ਅਸੀਂ ਅਗਲੇ ਲੈਕਚਰ ਦੇ ਵਿੱਚ ਗੱਲ ਕਰਾਂਗੇ ਮੈਡੀਵਲ, ਮੱਧਕਾਲ, ਅਤੇ ਉਸ ਤੋਂ ਬਾਅਦ ਅਸੀਂ ਮਾਡਰਨ ਹਿਸਟਰੀ ਦੀ ਗੱਲ ਕਰਾਂਗੇ। ਮਾਡਰਨ ਹਿਸਟਰੀ ਦਾ ਕਾਲ 1947 ਤੱਕ ਮਾਡਰਨ ਹਿਸਟਰੀ ਦੇ ਵਿੱਚ ਆ ਜਾਂਦਾ ਹੈ। ਤਾਂ ਜੋ ਏਸ਼ੀਐਂਟ ਹਿਸਟਰੀ ਹੈ ਉਸ ਦੇ ਵਿੱਚ ਸਾਡੇ ਕੋਲ ਤਕਰੀਬਨ 200 ਈਸਵੀ BC ਤੱਕ ਦੇ ਇਤਿਹਾਸ ਬਾਰੇ ਅਸੀਂ ਪੜ੍ਹਦੇ ਹਾਂ। ਅਤੇ ਅੱਜ ਅਸੀਂ ਗੱਲ ਕਰਾਂਗੇ ਏਸ਼ੀਐਂਟ ਹਿਸਟਰੀ ਦੀ, ਪ੍ਰਾਚੀਨ ਇਤਿਹਾਸ, ਪ੍ਰੀ ਹਿਸਟੋਰੀਕਲ ਪੰਜਾਬ, ਡਿਪੈਂਡਸ ਅਪੋਨ ਦਾ ਨੇਚਰ ਆਫ। ਅਤੇ ਸਭ ਤੋਂ ਪਹਿਲਾਂ ਇਸ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਪੈਲਿਓਲੈਥਿਕ ਏਜ, ਓਲਡ ਸਟੋਨ ਏਜ ਕਿਹਾ ਜਾਂਦਾ ਹੈ, ਪੁਰਾਣਾ ਪੱਥਰ ਯੁੱਗ। ਮੈਜ਼ੋਲੈਥਿਕ ਏਜ, ਮਿਡਲ ਸਟੋਨ ਏਜ, ਮੱਧ ਪੱਥਰ ਯੁੱਗ। ਅਤੇ ਤੀਸਰਾ ਹੈ ਨਿਓਲੈਥਿਕ ਏਜ, ਨਿਊ ਸਟੋਨ ਏਜ, ਯਾਨੀ ਕਿ ਨਵੀਨ ਪੱਥਰ ਯੁੱਗ। ਅਤੇ ਏਸ਼ੀਐਂਟ ਹਿਸਟਰੀ ਦੇ ਵਿੱਚ ਤੁਹਾਨੂੰ ਦਿਖਾਉਂਦਾ ਹਾਂ ਮੈਂ, ਇਹ ਡਾਇਗਰਾਮ ਬਣਾ ਕੇ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਕਿੰਨਾ ਹਿੱਸਿਆਂ ਦੇ ਵਿੱਚ ਏਸ਼ੀਐਂਟ ਹਿਸਟਰੀ ਦੇ ਜੋ ਤੱਤ ਨੇ ਉਹ ਮੌਜੂਦ ਹਨ। ਪੱਥਰ ਯੁੱਗ ਹੈ ਜੋ ਮਨੁੱਖੀ ਸੱਭਿਅਤਾ ਦਾ ਸਭ ਤੋਂ ਪਹਿਲਾ ਯੁੱਗ ਮੰਨਿਆ ਜਾਂਦਾ ਹੈ, ਕਿ ਮਨੁੱਖ ਦਾ ਚੰਗੀ ਤਰ੍ਹਾਂ ਉਸ ਤਰ੍ਹਾਂ ਵਿਕਾਸ ਨਹੀਂ ਸੀ ਹੋਇਆ। ਸੰਪੂਰਨ ਪੱਥਰ ਯੁੱਗ ਨੂੰ ਅਸੀਂ 3 ਭਾਗਾਂ ਦੇ ਵਿੱਚ ਵੰਡਿਆ ਹੈ। ਪਹਿਲਾ ਹੈ ਪੈਲਿਓਲੈਥਿਕ ਏਜ, ਓਲਡ ਸਟੋਨ ਏਜ। ਸਭ ਤੋਂ ਪਹਿਲਾਂ ਅਸੀਂ ਇਸ ਦੀ ਗੱਲ ਕਰਦੇ ਹਾਂ। ਪੰਜਾਬ ਦੇ ਜਿਹੜੇ ਪੱਟੀ ਖੇਤਰ ਹੈ, ਜਿਹਨੂੰ ਕੋਟਲੀ ਅਤੇ ਧੌਂਗਲ, ਪੂਰਵ ਕਾਲ 'ਚ ਪੁਰਾਤਨ ਮਨੁੱਖ ਦਾ ਹੀ ਇਹ ਨਿਵਾਸ ਸਥਲ ਸੀਗਾ। ਤਕਰੀਬਨ 2,50,000 ਸਾਲ ਪਹਿਲਾਂ ਹੋਇਆ ਸੀ। ਇਸ ਦੇ ਲੋਕ ਸ਼ਿਕਾਰੀ, ਭੋਜਨ ਇਕੱਠਾ ਕਰਨ ਵਾਲੇ ਸਨ। ਉਹਨਾਂ ਨੂੰ ਧਾਤਾਂ ਦੀ ਵਰਤੋਂ ਅਤੇ ਖੇਤੀ ਬਾਰੇ ਕੋਈ ਗਿਆਨ ਨਹੀਂ ਸੀ। ਉਹ ਕੱਚੇ ਪੱਥਰ ਦੀ ਵਰਤੋਂ ਕਰਿਆ ਕਰਦੇ ਸਨ। 1947 ਦੇ ਵਿੱਚ ਦੇਸ਼ ਦੀ ਵੰਡ ਮਗਰੋਂ ਭਾਰਤ ਦੇ ਸਾਰੇ ਪ੍ਰਾਚੀਨ ਪੱਥਰ ਯੁੱਗ ਸਥਲ ਪਾਕਿਸਤਾਨ 'ਚ ਚਲੇ ਗਏ। ਵਿਗਿਆਨੀਆਂ ਦੀ ਨਿਰੰਤਰ ਕੋਸ਼ਿਸ਼ਾਂ ਦੇ ਸਦਕਾ ਹੀ ਪੰਜਾਬ ਦੇ ਵਿੱਚ ਕਈ ਪੱਥਰ ਯੁੱਗ ਨਾਲ ਸੰਬੰਧਿਤ ਸਥਲ ਸਾਨੂੰ ਮਿਲੇ ਹਨ, ਜਿਵੇਂ ਹੁਸ਼ਿਆਰਪੁਰ, ਦੌਲਤਪੁਰ, ਢੋਲਬਾਹਾ, ਢੇਰ ਮਾਜਰਾ, ਢਾਂਗ, ਢਾਡੀ, ਮੇਹਨਵਾਲਾ, ਨਾਲਾਗੜ੍ਹ, ਪੀਰਾਥਨ, ਖੇਖਰਾ, ਰਾਮਪੁਰਾ ਅਤੇ ਸਰਸਾ। ਆਹ ਦੇਖੋ, ਪਹਿਲਾਂ ਹੈ ਸਾਡਾ ਪੈਲਿਓਲੈਥਿਕ ਏਜ। ਹੁਣ ਇਸ ਤੋਂ ਪਹਿਲਾਂ ਇਸ ਦੀ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਇਹਨਾਂ ਦਾ ਹੋਇਆ ਸੀ 250, ਮਤਲਬ 2,50,000 ਸਾਲ ਪਹਿਲਾਂ ਤਕਰੀਬਨ ਵਿਕਾਸ ਹੋਇਆ ਸੀ। ਅਤੇ ਮੰਨਣ ਦੇ ਵਿੱਚ ਅਜਿਹਾ ਵੀ ਮੰਨਿਆ ਜਾਂਦਾ ਕਿ ਚੰਡੀਗੜ੍ਹ ਦੇ ਨੇੜੇ ਖੇਤਰ ਵਿੱਚ ਇੱਕ ਵੱਡੀ ਝੀਲ ਹੋਇਆ ਕਰਦੀ ਸੀ, ਜਿੱਥੇ ਹਾਥੀਆਂ ਦੇ ਝੁੰਡ ਟਹਿਲਿਆ ਕਰਦੇ ਸਨ। ਇਸ ਖੇਤਰ ਨੂੰ ਜੰਗਲੀ ਜੀਵ ਜਿਵੇਂ ਕਿ ਗੈਂਡਾ ਆਦਿ ਵੀ ਖੇਤਰ ਵਿੱਚ ਨਿਰਵਾਹ ਕਰਦੇ ਸਨ, ਗੁਫਾਵਾਂ 'ਚ ਰਹਿੰਦੇ ਸਨ। ਆਦਿ ਮਾਨਵ ਇਹਨਾਂ ਜੀਵਾਂ ਦਾ ਸ਼ਿਕਾਰ ਕਰਿਆ ਕਰਦੇ ਸਨ। ਆਦਿ ਮਾਨਵ ਘੁੰਮਦੇ ਫਿਰਦੇ ਸਨ ਜੰਗਲਾਂ ਦੇ ਵਿੱਚ, ਉਹ ਇਹਨਾਂ ਦਾ ਸ਼ਿਕਾਰ ਕਰਦੇ ਸਨ, ਜਾਨਵਰਾਂ ਦਾ, ਉਹਨਾਂ ਨੂੰ ਖਾਂਦੇ ਸਨ। ਅਤੇ ਉਸ ਤੋਂ ਬਾਅਦ ਅਸੀਂ ਥੋੜ੍ਹੀ ਗੱਲ ਕਰ ਲਈਏ ਮੈਜ਼ੋਲੈਥਿਕ ਏਜ, ਜਿਸ ਨੂੰ ਕਿ ਮਿਡਲ ਸਟੋਨ ਏਜ ਕਿਹਾ ਜਾਂਦਾ ਹੈ। ਇਸ ਯੁੱਗ ਦੇ ਵਿੱਚ ਛੋਟੇ ਮਹੀਨ ਹਥਿਆਰ ਬਣਨੇ ਸ਼ੁਰੂ ਹੋ ਗਏ। ਹਾਲਾਂਕਿ ਪੰਜਾਬ ਵਿੱਚ ਅਜਿਹਾ ਸਥਲ ਨਹੀਂ ਲੱਭ ਸਕਿਆ। ਇਹ ਜੋ ਮੈਜ਼ੋਲੈਥਿਕ ਇਹਦਾ ਥੋੜ੍ਹਾ ਹਿੱਸਾ ਪਾਕਿਸਤਾਨ ਦੇ ਵਿੱਚ ਜ਼ਰੂਰ ਮਿਲਦਾ ਹੈ, ਬਟ ਪੰਜਾਬ ਦੇ ਵਿੱਚ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨਿਓਲੈਥਿਕ ਏਜ, ਨਿਊ ਸਟੋਨ ਏਜ। ਨਿਊ ਸਟੋਨ ਏਜ ਨੂੰ ਅਸੀਂ ਨਵੀਨ ਪੱਥਰ ਯੁੱਗ ਵੀ ਕਹਿ ਸਕਦੇ ਹਾਂ, ਨਿਊ ਲੈਥਿਕ ਏਜ। ਇਸ ਦੀ ਗੱਲ ਕਰ ਲਈ, ਇਹ ਯੁੱਗ ਦੌਰਾਨ ਮਾਨਵ ਨੇ ਖੇਤੀ ਅਤੇ ਪਸ਼ੂ ਪਾਲਣਾ ਸਿੱਖ ਲਿਆ। ਇਹਦੇ ਵਿੱਚ ਥੋੜ੍ਹਾ ਜਿਹਾ ਮਾਨਵ ਦਾ ਵਿਕਾਸ ਹੋਇਆ ਅਤੇ ਉਹਨੇ ਪਸ਼ੂ ਪਾਲਣਾ ਸਿੱਖਿਆ। ਇਹ ਦੇਖੋ, ਤਸਵੀਰ ਦੇ ਵਿੱਚ ਸਭ ਤੋਂ ਪਹਿਲੀ ਤਸਵੀਰ ਹੈ ਜੋ ਪੈਲਿਓਲੈਥਿਕ ਟੂਲਸ ਦੇ ਬਾਰੇ ਹੈ, ਵੀ ਪਹਿਲਾਂ ਉਹ ਕਿਸ ਤਰ੍ਹਾਂ ਦੇ ਪੱਥਰ ਵਰਤਦਾ ਸੀ। ਛੋਟੇ ਛੋਟੇ ਚੌਪਰ, ਆਹ ਪੱਥਰ ਦੇ ਵਿੱਚ ਬਰੀਫ ਨਾਈਫ ਦੇ ਤੌਰ 'ਤੇ ਇੱਦਾਂ ਦੇ ਪੱਥਰ ਦੀ ਸ਼ੇਪ ਨੂੰ ਢਾਲ ਕੇ ਸਕੈਪਰ,
ਬਲੇਡ, ਹਾਰਪੂਨ, ਸਪੈਡਰ ਥਰੋਅਰ, ਜੈਵਲਿਨ ਅਤੇ ਨੀਡਲ। ਅਤੇ ਉਸ ਤੋਂ ਬਾਅਦ ਹੈ ਪ੍ਰੈਫੋਟਰ ਯੂਜ਼ ਟੂ ਫॉर ਮੇਕਿੰਗ ਹੋਲਸ ਇਨ ਹਾਈਡਸ। ਉਸਨੇ ਕਿਸ ਤਰ੍ਹਾਂ ਪੱਥਰਾਂ ਨੂੰ ਹੀ ਤਰਾਸ਼ ਕੇ ਉਹਨਾਂ ਦੇ ਦੁਆਰਾ ਸ਼ਿਕਾਰ ਕਰਨਾ ਸ਼ੁਰੂ ਕੀਤਾ। ਅਤੇ ਦੂਸਰੀ ਤਸਵੀਰ ਦੇ ਵਿੱਚ ਹੈ ਮੈਜ਼ੋਲੈਥਿਕ ਏਜ। ਇਸ ਏਜ ਦੇ ਵਿੱਚ ਉਹਨੇ ਥੋੜ੍ਹਾ ਜਿਹਾ ਹਥਿਆਰ ਬਣਨੇ ਸ਼ੁਰੂ ਹੋ ਗਏ ਸਨ। ਦੇ ਇਨਵੈਂਟਡ ਵੂਡਨ ਬੋਜ਼, ਕਰਿਊਜ਼ ਐਂਡ ਹੰਟਿੰਗ ਬੋਟਸ ਫॉर ਫਿਸ਼ਿੰਗ। ਮੱਛੀ ਨੂੰ ਮਾਰਨ ਲਈ ਹਥਿਆਰ ਵਰਤਦਾ ਸੀ ਵੀ ਭੋਜਨ ਨੂੰ ਕਿੱਦਾਂ ਬਣਾ ਕੇ ਖਾਇਆ ਜਾਵੇ। ਉਸ ਤੋਂ ਬਾਅਦ ਤੀਸਰੇ ਦੀ ਗੱਲ ਕੀਤੀ ਤਸਵੀਰ ਦੇ ਵਿੱਚ, ਨਿਊਲੈਥਿਕ ਰੈਵੋਲਿਊਸ਼ਨ ਕਿਵੇਂ ਹੋਈ, ਉਹ 'ਚ ਕ੍ਰਾਂਤੀ ਕਿਵੇਂ ਆਈ ਵੀ ਜਦੋਂ ਤੀਸਰੇ ਯੁੱਗ ਨਵੀਨ ਪੱਥਰ ਯੁੱਗ ਦੀ ਸ਼ੁਰੂਆਤ ਹੋਈ ਤਾਂ ਨਿਊਲੈਥਿਕ ਏਜ ਇਕੁਅਲ ਟੂ ਨਿਊ ਸਟੋਨ ਏਜ। ਉਸਨੇ ਕਹਾੜੀਆਂ ਨੂੰ ਦੇ ਫਾਲੇ ਬਣਾਏ ਸ਼ੇਪ ਦੇ। ਤਸਵੀਰ ਵਿੱਚ ਦਿਖਾਇਆ ਗਿਆ ਜਿਵੇਂ ਕਿ ਉਹਨੇ ਛੋਟੇ ਛੋਟੇ ਹਥਿਆਰਾਂ ਨੂੰ ਕਿਵੇਂ ਬਣਾਇਆ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੈਲਿਓਲੈਥਿਕ ਏਜ, ਓਲਡ ਸਟੋਨ ਏਜ। ਆ ਦੇਖੋ ਇਹਦੇ ਵਿੱਚ ਉਹ ਕਿਸ ਤਰ੍ਹਾਂ ਇਹਨਾਂ ਨੂੰ ਛੋਟੇ ਛੋਟੇ ਪੀਸਾਂ ਨੂੰ ਦਾ ਪੈਲਿਓਲੈਥਿਕ ਈਰਾ ਓਲਡ ਸਟੋਨ ਏਜ ਬਿਗਨ ਵੈਨ ਹੋਮਾਈਡਸ ਫਸਟ ਮੇਡ ਟੂਲਸ। ਦੀਜ਼ ਟੂਲਸ ਵਰ ਯੂਜ਼ ਟੂ ਮੇਕ ਦੇਅਰ ਲਿਵਸ ਈਜ਼ੀਅਰ। ਉਹ ਆਪਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਲਈ ਇਹਨਾਂ ਚੀਜ਼ਾਂ ਦੀ ਵਰਤੋਂ ਕਰਦਾ ਸੀ। ਉਸ ਤੋਂ ਅੱਗੇ ਹੈ ਇਹ ਆਪਾਂ ਕਰ ਹੀ ਚੁੱਕਿਆ ਮਿਡਲ ਸਟੋਨ ਏਜ, ਮੈਜ਼ੋਲੈਥਿਕ ਏਜ। ਇਸ ਦੇ ਵਿੱਚ ਉਹਨੇ ਕਿਹੜੇ ਕਿਹੜੇ ਹਥਿਆਰ ਬਣਾਏ ਮੱਧ ਪੱਥਰ ਯੁੱਗ ਦੇ ਵਿੱਚ? ਬਲੇਡ, ਬੋਨ ਐਂਡ ਕਲੋਵਜ਼ ਯੂਜ਼ਡ, ਬਲੇਡ, ਕੋਰ, ਨਾਈਵ, ਚਾਕੂ, ਚੈਸਲਸ, ਟ੍ਰੈਂਗਲ, ਬਰੂਇਨ, ਡਰੈਗਰ, ਪੁਆਇੰਟਸ। ਛੋਟੇ ਛੋਟੇ ਹਥਿਆਰਾਂ ਨੂੰ ਬਣਾਇਆ ਉਸਨੇ। ਉਸ ਤੋਂ ਬਾਅਦ ਆਉਂਦੀ ਹੈ ਨਿਊਲੈਥਿਕ ਏਜ, ਜਿਸ ਨੂੰ ਨਿਊ ਸਟੋਨ ਏਜ, ਨਵੀਨ ਪੱਥਰ ਯੁੱਗ ਕਿਹਾ ਜਾਂਦਾ। ਉਸ ਦੇ ਵਿੱਚ ਇਸ ਨੇ ਥੋੜ੍ਹਾ ਵਿਕਾਸ ਕਰ ਲਿਆ ਅਤੇ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪ੍ਰੋਟੋ ਹਿਸਟੋਰੀਕਲ ਪੰਜਾਬ, ਆਦਿ ਇਤਿਹਾਸਕ ਪੰਜਾਬ। ਇਸ ਯੁੱਗ ਵਿੱਚ ਪੱਥਰ ਯੁੱਗ ਧਾਤ ਯੁੱਗ ਨਾਲ ਮਿਲ ਗਿਆ। ਧਾਤਾਂ ਵਿੱਚ ਸਭ ਤੋਂ ਪਹਿਲਾਂ ਤਾਂਬੇ ਦੀ ਖੋਜ ਹੋਈ। ਸਭ ਤੋਂ ਪਹਿਲਾਂ ਤਾਂਬੇ ਦੀ ਖੋਜ ਹੋਈ ਸੀ। ਸਭ ਤੋਂ ਪਹਿਲਾਂ ਤਾਂਬੇ ਦੀ ਖੋਜ ਹੋਈ। ਤਾਂਬੇ ਦੀ ਖੋਜ ਹੋਈ। ਇਟ ਡੀਲਸ ਵਿਦ ਦਾ ਯੂਜ਼ ਆਫ ਮੈਟਲ ਅਲੋਂਗ ਵਿਦ ਸਟੋਨ। ਇਟ ਸਟੱਡੀਜ਼ ਬ੍ਰੋਂਜ਼ ਏਜ ਅਗੇਂਸਟ ਸਟੋਨ ਏਜ। ਸਟੋਨ ਏਜ ਦੇ ਅਗੇਂਸਟ ਬ੍ਰੋਂਜ਼ ਦੀ ਖੋਜ ਹੋਈ। ਮਨੁੱਖ ਨੇ ਤਾਂਬੇ ਅਤੇ ਕਲੀ ਦੇ ਸੁਮੇਲ ਨਾਲ ਪਿੱਤਲ ਵਿਕਸਿਤ ਕੀਤਾ। ਭਾਰਤ ਦੇ ਵਿੱਚ ਪੱਥਰ ਯੁੱਗ ਦੇ ਮਗਰੋਂ ਤਾਂਬਾ ਅਤੇ ਪਿੱਤਲ ਯੁੱਗ ਆਏ ਅਤੇ ਦੱਖਣ ਭਾਰਤ ਵਿੱਚ ਪੱਥਰ ਯੁੱਗ ਮਗਰੋਂ ਲੋਹ ਯੁੱਗ ਦੀ ਸ਼ੁਰੂਆਤ ਹੋਈ। ਕਾਪਰ ਵਾਸ ਦਾ ਫਸਟ ਮੈਟਲ ਟੂ ਬੀ ਡਿਸਕਵਰਡ ਨੀਅਰਲੀ ਚੰਡੀਗੜ੍ਹ। ਕਿਹਦੇ? ਚੰਡੀਗੜ੍ਹ ਦੇ ਨੇੜੇ। ਨਾਰਥ ਇੰਡੀਆ ਸਾਈਡ ਯੂਜ਼ ਮੈਟਲ ਆਫਟਰ ਸਟੋਨ ਏਜ। ਮੈਟਲ ਅਲੋਂਗ ਵਿਦ ਸਟੋਨ। ਸੈਕਿੰਡ ਹੈ ਸਟੱਡੀ ਬ੍ਰੋਂਜ਼ ਏਜ। ਤੀਸਰਾ ਹੈ ਕਾਪਰ ਯੂਜ਼ ਫਸਟ ਮੈਟਲ ਟੂ ਬੀ ਡਿਸਕਵਰਡ ਨੀਅਰਲੀ ਚੰਡੀਗੜ੍ਹ। ਨਾਰਥ ਇੰਡੀਆ ਸਾਊਥ ਇੰਡੀਆ ਸਾਈਡ ਫਰੋਮ ਆਫਟਰ। ਸਾਊਥ ਇੰਡੀਆ ਸਾਈਡ ਪਹਿਲਾਂ ਲੋਹਾ ਖੋਜ ਕੀਤੀ ਉਹਨਾਂ ਨੇ ਸਟੋਨ ਏਜ ਤੋਂ ਮਗਰੋਂ। ਇਸ ਤਰ੍ਹਾਂ ਦੋਹਾਂ ਦੀ ਹਾਲਾਤਾਂ 'ਚ ਧਾਤਾਂ ਦੇ ਨਾਲ ਪੱਥਰਾਂ ਦੀ ਵਰਤੋਂ ਜਾਰੀ ਰਹੀ। ਪੰਜਾਬ ਦੀ ਧਰਤੀ ਪੁਰਾਤਨ ਇਤਿਹਾਸ ਸੱਭਿਅਤਾ ਦਾ ਪੰਘੂੜਾ ਵੀ ਰਹੀ ਹੈ। ਇਸ ਯੁੱਗ ਦੇ ਲੋਕ ਮੂਲ ਰੂਪ ਦੇ ਵਿੱਚ ਖੇਤੀਬਾੜੀ ਪ੍ਰਜਾਤੀਆਂ ਨਾਲ ਸੰਬੰਧਿਤ ਸਨ ਅਤੇ ਉਸ ਸਮੇਂ ਮਿੱਟੀ ਦੀਆਂ ਵਸਤਾਂ ਨਾਲ ਸੰਬੰਧਿਤ ਉਦਯੋਗ ਵੀ ਕਾਫੀ ਵਿਕਸਿਤ ਸੀ। ਉਹ ਆਪਣੇ ਹਥਿਆਰ ਬਣਾਉਣ ਲਈ ਤਾਂਬੇ ਅਤੇ ਪਿੱਤਲ ਤੋਂ ਬਿਨਾਂ ਪੱਥਰਾਂ ਦੀ ਵੀ ਵਰਤੋਂ ਕਰਿਆ ਕਰਦੇ ਸਨ। ਇਹ ਮਾਨਵ ਹੈ ਪੱਥਰ ਅਤੇ ਤਾਂਬੇ ਦੇ ਉਪਕਰਨ ਵਰਤਦੇ ਸਨ। ਉਹਨਾਂ ਦੇ ਹੱਲ ਦੇ ਲਈ ਗੱਡੇ ਦੀ ਖੋਜ ਕੀਤੀ। ਉਹ ਮਿੱਟੀ ਦੇ ਬਣੇ ਕੱਚੇ ਮਕਾਨਾਂ ਵਿੱਚ ਰਹਿੰਦੇ ਸੀ। ਉਹ ਹੱਥ ਨਿਰਮਿਤ ਭਾਂਡੇ ਵਰਤਦੇ ਸੀ ਅਤੇ ਤਾਂਬੇ ਦੇ ਪਿੱਤਲ ਦੇ ਗਹਿਣੇ ਪਾਉਂਦੇ ਸੀ। ਉਹਨਾਂ ਨੇ ਕਣਕ ਅਤੇ ਜੌਆਂ ਦੀ ਖੇਤੀ ਸ਼ੁਰੂ ਕਰਨ ਦੇ ਨਾਲ ਨਾਲ ਬਲਦਾਂ ਨੂੰ ਵੀ ਪਾਲਣਾ ਸ਼ੁਰੂ ਕੀਤਾ। ਜਿਹੜੇ ਖੋਜਕਰਤਾ ਨੇ ਉਹਨਾਂ ਨੇ ਅਜਿਹਾ ਮੰਨਿਆ ਕਿ ਚੰਡੀਗੜ੍ਹ ਦੇ ਨੇੜੇ ਤੇੜੇ ਇਸ ਯੁੱਗ ਦੇ ਲੋਕਾਂ ਦਾ ਬਸੇਰਾ ਹੁੰਦਾ ਸੀ, ਜੋ ਕਿ ਮੈਂ ਪਹਿਲਾਂ ਵੀ ਤੁਹਾਨੂੰ ਉੱਪਰ ਦੱਸ ਚੁੱਕਿਆ ਹਾਂ। ਉਸ ਤੋਂ ਅੱਗੇ ਅਸੀਂ ਗੱਲ ਕਰ ਲਈਏ
ਇਹ ਦੇਖੋ ਇਹ ਤਸਵੀਰ ਦੇ ਵਿੱਚ ਦਿਖਾਏ ਗਏ ਹਨ ਕਿਸ ਤਰ੍ਹਾਂ ਉਹਨਾਂ ਨੇ ਵਿਊ ਹੈਂਡ ਐਕਸ ਬਣਾਇਆ, ਕਹਾੜੀ ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ, ਭਾਲੇ, ਛੋਟੇ ਛੋਟੇ ਹਥਿਆਰਾਂ ਨੇ, ਮਤਲਬ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਉਹਨਾਂ ਨੇ ਇਹ ਚੀਜ਼ਾਂ ਦਾ ਵਿਕਾਸ ਜ਼ਰੂਰ ਕੀਤਾ। ਆਹ ਦੇਖੋ ਮੈਪ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਉਹਨਾਂ ਨੇ ਕੀਤਾ, ਕਿਸ ਕਿਸ ਜਗ੍ਹਾ ਦੇ ਉੱਤੇ ਜ਼ਿਆਦਾ ਵਿਕਾਸ ਹੋਇਆ। ਉਸ ਤੋਂ ਗੱਲ ਕਰ ਲਈਏ ਅਸੀਂ ਏਸ਼ੀਅੰਟ ਹਿਸਟਰੀ ਮੈਪ ਬਣਾਇਆ, ਪ੍ਰੀ ਹਿਸਟੋਰਿਕ ਟਾਈਮ, ਪ੍ਰੀ ਹਿਸਟਰੀ, ਸਟੋਨ ਏਜ, ਸੈਕੰਡ ਹੈ ਬ੍ਰੋਂਜ਼ ਏਜ, ਆਇਰਨ ਏਜ, ਫਿਰ ਨੀਚੇ ਆ ਗਈ ਪੈਲਿਓਲਿਥਿਕ ਏਜ, ਓਲਡ ਸਟੋਨ ਏਜ, ਇਹਦਾ ਸਾਲ ਵੀ ਦੱਸਿਆ ਹੋਇਆ, ਅਤੇ ਉਸ ਤੋਂ ਬਾਅਦ ਮੈਜ਼ੋਲੈਥਿਕ ਏਜ ਅਤੇ ਨਿਊਲੈਥਿਕ ਏਜ, ਅਤੇ ਇਹਨੂੰ ਕਿਹਾ ਜਾਂਦਾ ਹੈ ਲੋਅਰ ਪੈਲਿਓਲਿਥਿਕ ਕਲਚਰ, ਮਿਡਲ ਅਤੇ ਅੱਪਰ ਪੈਲਿਓਲਿਥਿਕ ਮੈਡੀਕਲ ਨੌਰਥ। ਅਤੇ ਉਸ ਤੋਂ ਅੱਗੇ ਆਰੀਅਨ ਦਾ ਆਗਮਨ, ਜਿਹੜੇ ਆਰੀਅਨ ਸੀ ਉਹ ਆਏ। ਆਰੀਅਨ ਦਾ ਆਗਮਨ ਹੋਇਆ। ਦਾ ਵਰਲਡ ਆਰੀਅਨ ਮੀਨਸ ਨੋਬਲਸ, ਉਹਨਾਂ ਨੂੰ ਨੋਬਲ ਕਿਹਾ ਜਾਂਦਾ ਵੀ ਬਹੁਤ ਯੋਧਾ ਸਨ। 1500 BC ਦੇ ਵਿੱਚ ਆਰੀਅਨ ਲੋਕਾਂ ਦਾ ਪੰਜਾਬ ਦੀ ਮਿੱਟੀ ਦੇ ਆਗਮਨ ਪ੍ਰਾਚੀਨ ਭਾਰਤ ਇਤਿਹਾਸ ਦੇ ਵਿਨਾਸ਼ ਦੇ ਦੌਰਾਨ ਹੋਇਆ। ਨੀਅਰਲੀ ਅਬਾਊਟ 1500 BC ਹੋਇਆ। ਫੇਮਸ ਬੁੱਕ ਰਿਗਵੇਦਾ, ਰਾਮਾਇਣ, ਮਹਾਭਾਰਤ, ਭਾਗਵਤ ਗੀਤਾ ਵਰ ਕੰਪੋਜ਼ ਡਿਊਰਿੰਗ ਦਾ ਪੀਰੀਅਡ। ਉਸ ਸਮੇਂ ਦੇ ਦੌਰਾਨ ਹੀ ਰਾਮਾਇਣ, ਮਹਾਭਾਰਤ, ਭਾਗਵਤ ਗੀਤਾ ਲਿਖੇ ਗਏ। ਆਰੀਅਨ ਦਾ ਕਲਚਰ ਸੈਂਟਰਲ ਏਸ਼ੀਆ ਕਮਸ ਬਰਾਊਟ ਫਰੋਮ ਹਿੰਦੂ ਕੁਸ਼ ਮਾਊਂਟੇਨ। ਇਹ ਨਕਸ਼ੇ ਦੇ ਵਿੱਚ ਹਿੰਦੂ ਕੁਸ਼ ਪਹਾੜੀਆਂ ਦੇ ਥਰੂ ਹੀ ਇਹ ਆਏ ਸਨ। ਹਿੰਦੂ ਕੁਸ਼ ਪਹਾੜੀਆਂ ਦਾ ਰਸਤਾ ਸੀ ਉਹਨਾਂ ਦਾ ਆਉਣ ਦਾ। ਦਾ ਅਰਾਈਵਲ ਚੇਂਜ ਦੀ ਅਕਰੋਸ ਆਫ ਦਾ ਕੰਟਰੀ। ਅਤੇ ਉਸ ਤੋਂ ਬਾਅਦ ਗੱਲ ਕਰ ਲਈ ਆਰੀਅਨ ਲੋਕਾਂ ਦਾ ਜਿਹੜਾ ਮਸ਼ਹੂਰ ਗ੍ਰੰਥ ਸੀਗਾ ਉਹ ਰਿਗਵੇਦ ਰਿਸ਼ੀਆਂ ਦੁਆਰਾ ਪੰਜਾਬ ਦੀ ਧਰਤੀ ਦੇ ਕੰਢੇ 'ਤੇ ਹੀ ਲਿਖਿਆ ਗਿਆ ਸੀ। ਇਹ ਮੰਨਣ ਦੇ ਵਿੱਚ ਇਹ ਹੈ ਕਿ ਜੋ ਰਾਮਾਇਣ ਦੇ ਨਾਇਕ ਰਾਮ ਜੀ ਦੀ ਮਾਤਾ ਪੰਜਾਬ ਦੇ ਨਾਲ ਹੀ ਸੰਬੰਧਿਤ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮ ਗ੍ਰੰਥ ਵਿੱਚ ਪਟਿਆਲਾ ਦੇ ਘੁਰਮ ਨੂੰ ਰਾਮ ਜੀ ਦੀ ਮਾਤਾ ਕੌਸ਼ਲਿਆ ਦੀ ਜਨਮ ਭੂਮੀ ਦੱਸਿਆ ਹੈ। ਜੋ ਆਰੀਅਨ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਕਈ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਜਿਵੇਂ ਤ੍ਰਿਗਰਸ, ਕੇਟੋਦਸ, ਕੁਨਿਆਦਸ, ਯਗਦਿਆਸ ਅਤੇ ਮਾਲਾਵਾਸ ਆਦਿ ਸੀ। ਜਿਹੜੇ ਸੰਘੋਲ, ਸਨੇਹਿਤ ਅਤੇ ਰਹੀੜਾ ਪੰਜਾਬ ਦੇ ਹੋਰਨਾਂ ਥਾਵਾਂ 'ਤੇ ਖੁਦਾਈਆਂ ਤੋਂ ਪੇਂਡੂ ਖੇਤਰਾਂ ਦੇ ਵਿੱਚ ਕੁਝ ਸਿੱਕੇ ਵੀ ਮਿਲੇ ਨੇ, ਅਤੇ ਉਹ ਸਿੱਕੇ ਇਹ ਗੱਲ ਦੀ ਗਵਾਹੀ ਭਰਦੇ ਨੇ ਵੀ ਉਸ ਸਮੇਂ ਦੇ ਵਿੱਚ ਇਹ ਸੱਭਿਅਤਾ ਕਿਤੇ ਨਾ ਕਿਤੇ ਹੈਗੀ ਸੀ ਪੰਜਾਬ ਦੇ ਵਿੱਚ। ਸਮੇਂ ਦੇ ਨਾਲ ਨਾਲ ਵੈਦਿਕ ਧਰਮ ਦੇ ਵਿੱਚ ਕਈ ਰੀਤੀ ਰਿਵਾਜ ਸ਼ਾਮਲ ਹੋਣ ਕਾਰਨ, ਗੁੰਝਲਦਾਰ ਹੋਣ ਕਾਰਨ ਪੰਜਾਬ ਦੇ ਜਿਹੜੇ ਲੋਕ ਸੀ ਉਹ ਬੁੱਧ ਅਤੇ ਉਸ ਦੇ ਨਾਲ ਨਾਲ ਬੁੱਧ ਧਰਮ ਅਤੇ ਜੈਨੀ ਧਰਮ ਤੋਂ ਕਾਫੀ ਪ੍ਰਭਾਵਿਤ ਹੋਏ ਸੀ, ਕਿਉਂਕਿ ਜਦੋਂ ਇਹ ਹਿੰਦੂ ਧਰਮ ਦੇ ਵਿੱਚ ਕੁਝ ਪਰਿਸਥਿਤੀਆਂ ਹੀ ਇੱਦਾਂ ਦੀਆਂ ਬਣ ਗਈਆਂ ਅਤੇ ਸਮਾਂ ਉਹਨਾਂ ਲੋਕ ਫਿਰ ਅਟਰੈਕਟਿਵ ਹੋਵੇ ਦੂਸਰੇ ਪਾਸੇ ਬੁੱਧ ਅਤੇ ਜੈਨ ਧਰਮ ਤੋਂ ਪ੍ਰਭਾਵਿਤ ਹੋ ਕੇ, ਵੀ ਉਹਨਾਂ ਦੇ ਵਿਚਾਰ ਸੀ, ਉਹਨਾਂ ਦੀ ਜਿਹੜੀ ਸਿੱਖਿਆਵਾਂ ਸੀ ਉਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਉਸ ਤਰ੍ਹਾਂ ਦਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਫਿਰ ਇਸ ਦਿਨ ਜਦੋਂ ਇਹ ਬੁੱਧ ਧਰਮ ਅਤੇ ਜੈਨ ਧਰਮ ਜ਼ਿਆਦਾ ਪ੍ਰਫੁੱਲਤ ਹੋਣ ਲੱਗੇ ਅਤੇ ਜਿਹੜੇ ਆਰੀਅਨ ਲੋਕਾਂ ਦੇ ਵਿੱਚ ਜਿਹੜੀ ਯੋਧਾ ਭਾਵ ਸੀ ਉਹ ਕਮਜ਼ੋਰ ਹੋਣ ਲੱਗ ਗਿਆ। ਅਤੇ ਇਹਨਾਂ ਤੋਂ ਬਾਅਦ ਇਸ ਨਕਸ਼ੇ ਵਿੱਚ ਦਿਖਾਇਆ ਗਿਆ, ਦੇਖੋ ਹਿੰਦੂ ਕੁਸ਼ ਦੀਆਂ ਪਹਾੜੀਆਂ ਤੋਂ ਆ ਰਹੇ ਨੇ ਉਹ, ਆ ਜੋ ਰੈੱਡ ਕਲਰ ਦਾ ਉਹਨਾਂ ਦੇ ਆਗਮਨ ਦਾ ਵੀ ਇੱਧਰੋਂ ਆਏ ਸੀ, ਉਹ ਐਂਟਰ ਹੋਏ ਪੰਜਾਬ ਦੇ ਵਿੱਚ। ਅਤੇ ਉਸ ਤੋਂ ਅੱਗੇ ਅਸੀਂ ਗੱਲ ਕਰ ਲਈਏ ਪਰਸ਼ੀਅਨ ਐਂਡ ਗ੍ਰੀਕ ਇਨਵੇਜ਼ਨ, ਈਰਾਨੀ ਅਤੇ ਯੂਨਾਨੀ ਹਮਲੇ। ਕਿਸ ਤਰ੍ਹਾਂ ਈਰਾਨੀ ਅਤੇ ਯੂਨਾਨੀ, ਇਹ ਜਿਹੜੀ ਅਸੀਂ ਗੱਲ ਕਰ ਰਹੇ ਪੰਜਾਬ ਦੇ ਵਿੱਚ ਜਿਹੜੇ ਵੱਖ ਆਏ ਸਨ, ਈਰਾਨੀਆਂ ਦਾ ਆਉਣਾ, ਈਰਾਨ ਅਤੇ ਯੂਨਾਨ ਦੇ ਹਮਲੇ ਹੋਣੇ, ਹੜੱਪਾ ਸੱਭਿਅਤਾ ਇਸ ਤੋਂ ਪਹਿਲਾਂ ਲੰਘ ਚੁੱਕੀ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੌਰੀਆ ਸਮਰਾਜ ਦੇ ਅਧੀਨ ਪੰਜਾਬ। ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਸੰਘ ਯੂਨਾਨੀ ਸੀ, ਸ਼ਕ, ਪਾਰਥੀਅਨ, ਕੁਸ਼ਾਣ ਵੰਸ਼ ਵੀ ਇਹਨਾਂ ਦੇ ਅਧੀਨ ਜਦੋਂ ਸਮੇਂ ਦੇ ਚੇਂਜ ਹੋਣ ਦੇ ਨਾਲ ਇਹਨਾਂ ਦਾ ਥੋੜ੍ਹਾ ਟਾਈਮ ਪੀਰੀਅਡ ਦੇ ਵਿੱਚ ਰਾਜ ਆਉਂਦਾ ਗਿਆ ਪੰਜਾਬ ਦੇ ਵਿੱਚ, ਕਿੰਨਾ ਟਾਈਮ ਰਾਜ ਰਿਹਾ। ਹੁਣ ਅਸੀਂ ਗੱਲ ਕਰਾਂਗੇ ਪਰਸ਼ੀਅਨ ਐਂਡ ਗ੍ਰੀਕ ਇਨਵੇਜ਼ਨ, ਈਰਾਨੀ ਅਤੇ ਯੂਨਾਨੀ ਹਮਲੇ। ਈਰਾਨੀ ਸਮਰਾਜ ਦੀ ਦਹਲੀਜ਼ ਦੇ ਹੋਣ ਦੇ ਕਾਰਨ ਪੰਜਾਬ ਨੂੰ ਕਈ ਈਰਾਨੀ
ਈਰਾਨੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿਹੜੇ ਵੀ ਲੜਾਈ ਕਰਨ ਵਾਲੇ ਸੀ ਉਹ ਉਹ ਜਦੋਂ ਪੰਜਾਬ ਐਂਟਰ ਹੁੰਦੇ ਸੀ ਤਾਂ ਪੰਜਾਬ ਹੀ ਉਹਨਾਂ ਦਾ ਪ੍ਰਵੇਸ਼ ਦੁਆਰ ਸੀ, ਪੰਜਾਬ ਦੇ ਵਿੱਚ ਦੀ ਹੀ ਹੋ ਕੇ ਲੰਘਦੇ ਸੀ। ਪਰ ਜਿਹੜੇ ਇੰਗਲਿਸ਼ ਰਾਈਟਰ ਡੇਰੀਅਸ ਦੇ ਨਾਮ ਦੇ ਰਾਜ ਦੇ ਕਈ ਹਿੱਸਿਆਂ 'ਤੇ ਕਬਜ਼ਾ ਕੀਤਾ, ਪਰ ਅਸਲ ਦੇ ਵਿੱਚ ਈਰਾਨੀ ਰਾਜਾ ਗੁਸਤਾਪਸ ਨੇ 1500 BC ਦੇ ਵਿੱਚ ਪੂਰੇ ਪੰਜਾਬ 'ਤੇ ਕਬਜ਼ਾ ਕਰ ਲਿਆ। 1516 ਈਸਵੀ ਦੇ ਵਿੱਚ ਡੇਰੀਅਸ ਨਾਮ ਸੀ, ਉਸਨੇ ਕਬਜ਼ਾ ਕੀਤਾ ਸੀ ਪੂਰੇ ਪੰਜਾਬ 'ਤੇ। ਉਹਨਾਂ ਸਮਿਆਂ ਦੇ ਵਿੱਚ ਪੰਜਾਬ ਈਰਾਨੀ ਸਾਮਰਾਜ ਦਾ ਸਭ ਤੋਂ ਅਮੀਰ ਸੂਬਾ ਬਣ ਚੁੱਕਿਆ ਸੀ। ਯੂਨਾਨੀ ਰਾਜੇ ਸਿਕੰਦਰ ਨੇ 321 ਦੇ ਵਿੱਚ ਪੰਜਾਬ 'ਤੇ ਕਬਜ਼ਾ ਕਰਕੇ ਇਸ ਨੂੰ ਈਰਾਨੀ ਸਾਮਰਾਜ 'ਚ ਮਿਲਾ ਲਿਆ। ਪੰਜਾਬ ਈਰਾਨੀ ਸਾਮਰਾਜ ਦਾ ਅਖੀਰੀ ਸੂਬਾ ਬਣਿਆ। ਇਹਦੇ ਪਰਸ਼ੀਅਨ ਗ੍ਰੀਕ ਇਨਵੇਜ਼ਨ, ਇਹਦੇ ਵਿੱਚ ਤੁਹਾਨੂੰ ਆਹ ਦੇਖੋ 1516 ਪਰਸ਼ੀਅਨ ਕਿੰਗ ਗੁਸਤਾ ਆਕੋਪਾਈਡ ਦਾ ਕੰਪਲੀਟ ਪੰਜਾਬ, ਪੂਰੇ ਪੰਜਾਬ 'ਤੇ ਕਬਜ਼ਾ ਕਰ ਲਿਆ। 321 BC ਦੇ ਵਿੱਚ ਅਲੈਗਜ਼ੈਂਡਰ ਦਾ ਗ੍ਰੀਕ ਰੂਲਰ ਇਨਵੇਡਡ ਪੰਜਾਬ ਦਾ ਲਾਸਟ ਪ੍ਰੋਵਿੰਸ। ਯੂਨਾਨੀ ਰਾਜੇ ਸਿਕੰਦਰ ਨੇ 321 'ਚ ਪੰਜਾਬ 'ਤੇ ਕਬਜ਼ਾ ਕਰਕੇ ਇਹਨੂੰ ਈਰਾਨੀ ਸਾਮਰਾਜ 'ਚ ਮਿਲਾ ਲਿਆ। ਜਿਹੜਾ ਪੰਜਾਬ ਈਰਾਨੀ ਸਾਮਰਾਜ ਦਾ ਜੋ ਅਖੀਰਲਾ ਸੂਬਾ ਬਣਿਆ, ਸੂਬੇ ਦੇ ਬਹੁਤੇ ਸੂਬੇਦਾਰਾਂ ਨੇ ਤੋਂ ਬਿਨਾਂ ਕੋਈ ਹੋਰ ਤਾਕਤ ਜਮਾਏ ਸਿਕੰਦਰ ਅੱਗੇ ਗੋਡੇ ਟੇਕ ਦਿੱਤੇ, ਪਰ ਪੋਰਸ ਜੋ ਕਿ ਬੇਤੀਨ ਦਾ ਰਾਜਾ ਸੀ, ਸਿਕੰਦਰ ਤੋਂ ਈਨ ਨਹੀਂ ਮੰਨੀ। ਦੋਹਾਂ ਧਿਰਾਂ ਦੇ ਵਿੱਚ ਇਤਿਹਾਸਕ ਲੜਾਈ ਹੋਈ। ਅੰਤ ਦੇ ਵਿੱਚ ਫਿਰ ਜਿਹੜਾ ਰਾਜਾ ਪੋਰਸ ਸੀ ਉਹ ਹਾਰ ਗਿਆ, ਉਸ ਨੂੰ ਕੈਦ ਕਰ ਲਿਆ ਗਿਆ, ਫਿਰ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹ ਤਸਵੀਰ ਹੈ, ਇਹ ਲੜਾਈ ਹੋਈ ਸੀ ਬੈਟਲ ਆਫ ਹੈਡੇਪਸ 326 BC ਦੇ ਵਿੱਚ। ਅਤੇ ਜਿਹੜਾ ਰਾਜਾ ਸੀ ਅਲੈਗਜ਼ੈਂਡਰ ਦਾ ਗ੍ਰੀਕ ਬੈਂਕ ਆਫ ਕਿਹੜੇ ਲੜਾਈ ਹੋਈ ਸੀ ਇਹ ਬੇਰ ਨਦੀ ਦੇ ਉੱਪਰ ਜੇਲਮ 'ਤੇ ਕਿੰਗ ਸੀ ਪੋਰਸ। ਅਤੇ ਸਿਕੰਦਰ ਦਾ ਮਤਲਬ ਹੁੰਦਾ ਡਿਫੈਂਡਰ ਆਫ ਵੇਰੀਅਰ, ਇਟਸ ਵਿਕਟਮ ਆਫ ਸਿਕੰਦਰ, ਵੀ ਇੱਕ ਮਹਾਨ ਯੋਧਾ ਸੀ। ਅਤੇ ਫਿਰ ਜਦੋਂ ਲੜਾਈ ਹੋਈ ਅਤੇ ਉਸ ਦੇ ਵਿੱਚ ਸਿਕੰਦਰ ਨੇ ਰਾਜੇ ਪੋਰਸ ਨੂੰ ਪੁੱਛਿਆ ਕਿ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ। ਇੱਕ ਮਿੰਟ, ਤਸਵੀਰ ਵੀ ਤੁਹਾਨੂੰ ਨੀਚੇ ਬਣੀ ਹੋਈ ਆ। ਜਦੋਂ ਉਹਨਾਂ ਨੂੰ ਕੈਦ ਕੀਤਾ ਗਿਆ, ਲੜਾਈ ਹੋਈ ਉਹਨਾਂ ਦੀ ਆਪਸ ਵਿੱਚ, ਤਾਂ ਉਹਨੂੰ ਕੈਦ ਕਰਕੇ ਉਹ ਪੁੱਛ ਰਿਹਾ ਗਾ, ਸਿਕੰਦਰ ਪੋਰਸ ਨੂੰ ਪੁੱਛ ਰਿਹਾ ਕਿ ਤੇਰੇ ਨਾਲ ਸਲੂਕ ਕਿਹਾ, ਤਾਂ ਪੋਰਸ ਨੇ ਬਿਨਾਂ ਡਰੇ ਕਿਹਾ ਕਿ ਇਹੋ ਜਿਹਾ ਵੀ ਜਿਹੋ ਜਿਹਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਨਾ ਚਾਹੀਦਾ, ਉਸ ਤਰ੍ਹਾਂ ਦਾ ਤੁਸੀਂ ਮੇਰੇ ਨਾਲ ਸਲੂਕ ਕਰੋ। ਪੋਰਸ ਦੀ ਬਹਾਦਰੀ ਅਤੇ ਹਾਜ਼ਰ ਜਵਾਬੀ ਤੋਂ ਪ੍ਰਭਾਵਿਤ ਹੋ ਕੇ ਸਿਕੰਦਰ ਨੇ ਨਾ ਕੇਵਲ ਪੋਰਸ ਦਾ ਰਾਜ ਉਸ ਨੂੰ ਮੋੜਤਾ, ਸਗੋਂ ਉਹਦੇ ਜਿੱਤੇ ਹੋਏ ਜਿੰਨੇ ਵੀ ਰਾਜ ਸੀ ਰਾਜ ਖੇਤਰ 'ਚ ਹੀ ਮਿਲਾ ਦਿੱਤੇ। ਇਸ ਖੇਤਰ ਨੂੰ ਜਿੱਤਣ ਦੇ ਮਗਰੋਂ ਸਿਕੰਦਰ ਨੇ ਇੱਥੋਂ ਦੇ 2 ਸ਼ਹਿਰਾਂ ਦੀ ਸਥਾਪਨਾ ਕੀਤੀ, ਜਿੱਥੇ ਉਸਨੇ ਆਪਣੀ ਫੌਜ ਅਤੇ ਸੈਨਿਕਾਂ ਨੂੰ ਸਥਾਪਿਤ ਕੀਤਾ। ਇਹ ਸ਼ਹਿਰ ਸਿਕੰਦਰ ਦੇ ਚਲੇ ਜਾਣ ਤੋਂ ਬਾਅਦ ਇੰਡੋ ਯੂਨਾਨੀ ਰਾਜੇ ਹੇਠ ਪ੍ਰਫੁੱਲਿਤ ਹੋਏ ਸੀ। 2 ਸਦੀਆਂ ਦੇ ਪੰਜਾਬ ਦੇ ਇਸ ਸੈਲੋਸਿਡ ਅਤੇ ਬੈਕਟਰੀਆਸ ਵਰਗੀਆਂ ਕੁਲਾਂ ਦੇ ਹੇਠਾਂ ਰਿਹਾ। ਪੰਜਾਬ ਵਿੱਚ ਵਿਦੇਸ਼ੀਆਂ ਦੇ ਆਗਮਨ ਨੇ ਪੰਜਾਬ ਨੂੰ ਪੱਛਮ ਦੇਸ਼ਾਂ ਦੇ ਕਾਫੀ ਨੇੜੇ ਲੈ ਕੇ ਲਿਆਇਆ। ਪੰਜਾਬ ਦੇ ਵਿੱਚ ਕਈ ਯੂਨਾਨੀ ਅਤੇ ਈਰਾਨੀ ਕਲੋਨੀਆਂ ਵੀ ਸਥਾਪਿਤ ਹੋਈਆਂ ਉਸ ਟਾਈਮ ਦੇ ਵਿੱਚ। ਕਈ ਜਿਹੜੇ ਯੂਨਾਨੀ ਅਤੇ ਈਰਾਨੀ ਲੋਕ ਨੇ ਪੰਜਾਬ ਵਿੱਚ ਉਸ ਟਾਈਮ ਦੇ ਵਿੱਚ ਅਫਸਰ ਵੀ ਲੱਗੇ, ਸੈਨਿਕ, ਵਪਾਰੀ, ਸ਼ਿਲਪਕਾਰ ਵਸ ਗਏ ਇੱਥੋਂ ਦੇ। ਫਿਰ ਪੱਛਮੀ ਦੇਸ਼ਾਂ ਵਿੱਚ ਦੇ ਵੱਲ ਗੱਲਬਾਤ ਅਤੇ ਵਪਾਰ ਦੇ ਨਵੇਂ ਰਾਹ ਖੁੱਲ੍ਹੇ। ਫਿਰ ਵਿਦੇਸ਼ੀ ਆਗਮਨ ਦਾ ਮਹੱਤਵਪੂਰਨ ਪ੍ਰਭਾਵ ਇਹ ਹੋਇਆ ਕਿ ਜਿਹੜਾ ਦੋਨਾਂ ਦਾ ਸੱਭਿਆਚਾਰ ਕਲਚਰ ਸੀ ਭਾਰਤ ਦੇ ਆਪਸ ਵਿੱਚ ਉਹ ਮਿਕਸ ਹੋਇਆ, ਉਹਦੇ ਨਾਲ ਕੁਝ ਫਰਕ ਪਿਆ ਵੀ ਰਲ ਗਏ। ਤੋਂ ਧਰਮ ਅਤੇ ਤਰਕ ਸ਼ਾਸਤਰ ਦਾ ਗਿਆਨ ਹਾਸਲ ਕੀਤਾ ਅਤੇ ਫਿਰ ਭਾਰਤੀਆਂ ਨੇ ਉਹਨਾਂ ਤੋਂ ਟਕਸਾਲ ਕਲਾ, ਖਗੋਲ ਵਿੱਦਿਆ, ਇਹਨਾਂ ਚੀਜ਼ਾਂ ਦਾ ਥੋੜ੍ਹਾ ਜਿਹਾ ਗਿਆਨ ਉਹਨਾਂ ਨੇ ਪ੍ਰਾਪਤ ਕੀਤਾ। ਵੱਖ-ਵੱਖ ਖੁਦਾਈਆਂ ਜਦੋਂ ਖੋਜਿਆ ਗਿਆ, ਉਸ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿੱਚ ਜਿਹੜੇ ਯੂਨਾਨੀ ਸਿੱਕੇ ਉਹ ਬਰਾਮਦ ਹੋਏ, ਜਿਹੜੇ ਮਤਲਬ ਉਹਨਾਂ ਨੇ ਇਹ ਖੋਜ ਕੀਤੀ ਦਾ ਪੰਜਾਬ ਅੰਡਰ ਮੌਰੀਅਨਸ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੌਰੀਆ ਸਾਮਰਾਜ ਅਧੀਨ ਪੰਜਾਬ, ਵੀ ਪੰਜਾਬ ਸੀ ਜੋ ਮੌਰੀਆ ਸਾਮਰਾਜ ਦੇ ਅਧੀਨ ਆਇਆ। ਤਸਦੀਰ ਦੇ ਵਿੱਚ ਦਿਖਾਇਆ ਗਿਆ ਹੈ ਗੰਧਾਰ, ਪਟਿਆਲਾ, ਕਾਲਿੰਗਾ, ਬੇ ਆਫ ਬੰਗਾਲ ਆ ਗਈ ਇੱਧਰ ਉੱਪਰ ਤੱਕ, ਮਤਲਬ ਕਾਫੀ ਉੱਪਰ ਤੱਕ ਪੰਜਾਬ ਦੇ ਵਿੱਚ ਮੌਰੀਅਨ ਦਾ ਰਾਜ ਸੀਗਾ। ਇਹ 4ਵੀਂ ਸ਼ਤਾਬਦੀ ਦੇ ਚੌਥਾਈ ਹਿੱਸੇ ਨੂੰ ਭਾਰਤ ਇਤਿਹਾਸ ਵਿੱਚ ਪਹਿਲੇ ਸਾਮਰਾਜ ਮੌਰੀਅਨ ਸਾਮਰਾਜ ਦੀ ਸਥਾਪਨਾ ਹੋਈ 4ਵੀਂ ਸ਼ਤਾਬਦੀ ਦੇ ਵਿੱਚ ਹੋਇਆ। 4th ਸੈਂਚੁਰੀ ਦਾ ਪੰਜਾਬ ਅੰਡਰ ਮੌਰੀਆਜ਼। 4th BC
being the first Mauryan empire. Earlier Punjab was under foreign ruler. इंडिया gave birth to चाणक्य चंद्रगुप्त, सारे ही जानते हो, चाणक्य चंद्रगुप्त मौर्य, कौटल्या भी कहा जाता। उन्हों की वाइसेस्ट स्टेटमेंट ऑफ इंडिया के बारे। ही इंस्पायर्ड यंग चंद्रगुप्त मौर्य टू फ्री पंजाब फॉर फॉरन जोक। भी वो चाहते सी, जो कौटल्या चंद्रगुप्त मौर्य जिन्होंने कहा जाता है, वो चाहते सी भी पंजाब नूं ते इंडिया नूं पूरे नूं अखंड भारत की नींह रखना चाहते सी। कहते सी भी जो फॉरन इन्वेजन हो रहे हैं, बाहरी हमले हो रहे हैं, उन्होंने बंद करके एक वधिया देश की, पंजाब की सूबे की रक्षा करके वधिया स्थापना कर सका। पूरे भारत नूं जिहड़ा टुकड़े टुकड़े होया पिया, किते किसी का राजा, किते किसी का राजा, इन्हों मैं इकट्ठे करके एक वधिया भारत का संकल्प सी इन्हां दा। चंद्रगुप्त मौर्य के नां दे मुंडे नूं पढ़ा के वो धनानंद के खिलाफ करके इन्हों फिर ਉਹਦੇ राज ਸਿੰਘਾਸਨ दबाया। धनानंद सी जो फिर चंद्रगुप्त मौर्य का शासन आया। ये काफ़ी लंबी स्टोरी है, ये तुहानूं मैं बाद दे विच अगली वीडियो दे विच दसूँगा, पर थोड़ा शॉर्टकट दे विच पढ़ते हैं। पेपर के पॉइंट ऑफ व्यू नाल आपां नूं इन्ना डैप्थ च जाण दी लोड़ नहीं। तो उस तो बाद गल करते हैं, ही इंस्पायर्ड फ्रॉम चंद्रगुप्ता मौर्य टू पंजाब फ्रॉम फॉरन जोक। तो उस तो बाद ही डिफीटेड सैल्यूकस निक्टर द कमांडर ऑफ अलेगजेंडर। उन्हें डिफीट किया, हराया, मतलब सैल्यूकस निक्टर द कमांडर ऑफ अलेगजेंडर। तो थोड़ा जिहा होर किस्सा एक इहदे बारे कि भारत के उस समय के जिहड़े नवयुवक चंद्रगुप्त मौर्य नूं पंजाब का विदेशी राजे दे संगलों चों आज़ाद कराउण लई उहनूं प्रेरित किया सी। चंद्रगुप्त ने अपनी गुरु की अगवाई दे विच मगध की आखिरी नंद सी जिहड़ा राजा धनानंद नूं गद्दी तो ला के पाटलीपुत्र ते अपना कब्जा कर लिया। जिहड़ा चाणक्य ने सिकंदर के सैनापति सैल्यूकस निक्टर नूं हरा दिता ते अफगानिस्तान के विशाल खेतरां ते आपदा कब्जा कर लिया। मौर्यन काल के दौरान अजोके पंजाब च एक विशाल सूबे बारे गंधार की राजधानी तक्षशिला राजधानी सी, जिहड़ी कि हुण पाकिस्तान दे विच आ। तक्षशिला नाउ इन पाकिस्तान, वो हुण पाकिस्तान दे विच है, हुण पाकिस्तान दे विच है। ਅਤੇ चंद्रगुप्त की मौत के बाद ਉਹਦਾ ਜਿਹੜਾ ਮੁੰਡਾ ਸੀ ਬਿੰਦੂਸਰ ਸੰਘਰਸ਼ਨ ਤੇ ਬੈਠਿਆ। ਬਿੰਦੂਸਰ ਦੇ ਰਾਜ काल के दौरान अशोका ने गंधार के सूबे का गवर्नर नियुक्त किया उन्होंने। जो बिंदूसर के मगरों ताकत दे विच आया राजा अशोक बेशक भारत का सब तो सूरवीर राजा सी, पर उन्हें अपना राज पाठ दक्षिणी भारत के विच अफगानिस्तान तो मैसूर तक बढ़ा लिया। 261 BC ਦੇ ਵਿੱਚ कलिंगा की लड़ाई हुई। 261 ਦੇ ਵਿੱਚ ਇੱਥੇ एक काफ़ी अहम 261 ਇਹ ईस्वी ਦੇ ਵਿੱਚ लड़ाई हुई। BC ਦੇ ਵਿੱਚ लड़ाई हुई। ये पेपरों के ਵਿੱਚ कई बार पूछा जा चुका क्वेश्चन। ये पेपर के पॉइंट ऑफ व्यू नाल असीं वो सिर्फ वही चीज़ पढ़ा रहे हैं जो पेपरों के पॉइंट ऑफ व्यू नाल काफ़ी महत्वपूर्ण है, जरूरी है। 261 BC ਦੇ ਵਿੱਚ लड़ाई हुई तो ये बहुत सारे लोग, हज़ारां लोग मारे गए, जख्मी होए, पर इस लड़ाई ने अशोक के जीवन के उपर बहुत गहरा प्रभाव पाया। प्रभाव की पाया? अशोक के जीवन च एक नवा मोड़ लिया। लड़ाई तो मगरों बुद्ध धर्म का पैरोकार बन गया। उसने बुद्ध धर्म अपना लिया। बुद्ध धर्म अपनाने तो बाद उन्हें प्रजा की भलाई लिए निष्काम सेवा शुरू की। भरी घोष ताकत की अजमाइश की थां ते उन्हें धर्म घोष, पहला सी भरी घोष, ताकत की अजमाइश की थां ते उन्हें धर्म घोष यानी कि भगती भाव। पहले उन्हें ताकत की अजमाइश करके लड़ाई बहुत ज़्यादा की। लड़ाई तो बाद फिर उन्हें धर्म नूं अपनाया भी मैं सब तो भी हुण लड़ाई बहुत होगी, हुण परमात्मा वाले पासे ਉਹਦਾ ध्यान होया भी महात्मा बुद्ध का पैरोकार बनया। वो उन्होंने दित्तियां हुई सिक्ख्यावां नूं अपनाया। उन्हें शिकार करना भी छड्डता, जीव हत्या करनी भी छड्डती। 232 ईस्वी में उसकी मौत हो गई। हुण उहदी मौत कदों हुंदी है? अशोक की मौत हुंदी है 232। अशोक 232 BC च दी मौत हुई सी। अशोका तो बाद कमज़ोर राजिਆਂ के कारण राजनीतिक अस्थिरता फैल गई तो मौर्य साम्राज्य का अंत हो गया। मौर्य साम्राज्य का फिर अंत होना शुरू हो गया। आफ्टर कलिंगा सम पार्ट्स ओडिशा, पर जिहड़ा इहदा पार्ट है काफ़ी महत्वपूर्ण। राजा अशोका सम्राट काफ़ी फेमस है। आफ्टर कलिंगा तो बाद जो कुछ हिस्सा ओडिशा तो आंध्रा प्रदेश के जिहड़ा पुष्यमित्रा सुंगा सी, आ लास्ट लाइन के लिखा पुष्यमित्रा सिंह वाज द
ਕਮਾਂਡਰ ਇਨ ਚੀਫ ਆਫ ਦਾ ਲਾਸਟ ਮੌਰੀਅਨ ਰੂਲਰ। ਮੌਰੀਅਨ ਦਾ ਲਾਸਟ ਰੂਲਰ ਹੋਇਆ ਉਹ ਪੁਸ਼ਯਮਿਤਰਾ ਸੁੰਗਾ। ਅਸ਼ੋਕ ਦੀ ਇੱਕ ਸਾਨੂੰ ਹੋਰ ਵੀ ਗੱਲ ਦੱਸਣੀ ਚਾਹੁੰਦਾ, ਅਸ਼ੋਕ ਨੂੰ ਇੱਕ ਹੋਰ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਇਹ ਕੁਐਸਚਨ 2014-15 ਦੇ ਵਿੱਚ ਇੱਕ ਪੇਪਰ ਦੇ ਵਿੱਚ ਆਇਆ ਸੀ, ਦੇਵੰਪੀਯ ਪਿਯਦਸੀ ਵੀ ਕਿਸ ਨੂੰ ਕਿਹਾ ਜਾਂਦਾ ਹੈ। ਇਹ ਦੇਵੰਪੀਯ ਪਿਯਦਸੀ ਇਹ ਅਸ਼ੋਕ ਨੂੰ ਹੀ ਕਿਹਾ ਜਾਂਦਾ ਹੈ, ਦੇਵੰਪੀਯ ਪਿਯਦਸੀ। ਪੁਸ਼ਯਮਿਤਰਾ ਸੁੰਗਾ ਵਾਸ ਦਾ ਕਮਾਂਡਰ ਇਨ ਚੀਫ ਇਨ ਦਾ ਲਾਸਟ ਮੌਰੀਅਨ ਰੂਲਰ। ਲਾਸਟ ਮੌਰੀਅਨ ਰੂਲਰ ਸੀਗਾ ਜਿਹੜਾ ਉਹ ਸੀ ਪੁਸ਼ਯਮਿਤਰਾ ਸੁੰਗਾ, ਕਮਾਂਡਰ ਇਨ ਚੀਫ ਸੀਗਾ ਇਹ ਮੌਰੀਅਨ ਦਾ, ਅਤੇ ਮੌਤ ਹੋ ਗਈ ਸੀ ਇਹਦੀ। ਅਤੇ ਉਸ ਤੋਂ ਬਾਅਦ ਕਮਜ਼ੋਰ ਪੈਣ ਦੇ ਨਾਲ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਉਸ ਤੋਂ ਬਾਅਦ ਫਿਰ ਇਹਦੇ ਪੰਜਾਬ ਦੇ ਵਿੱਚ ਸੰਘ, ਯੂਨਾਨੀ, ਸ਼ਕ, ਪਾਰਥੀਅਨ ਅਤੇ ਕੁਸ਼ਾਣ ਵੰਸ਼ ਦੇ ਅਧੀਨ ਆ ਗਿਆ ਪੰਜਾਬ ਦੇ ਵਿੱਚ ਅੰਡਰ ਸੁੰਗਾ ਗ੍ਰੀਕ, ਪੰਜਾਬ ਅੰਡਰ ਸੁੰਗਾ, ਗ੍ਰੀਕ, ਸ਼ਾਕਾਜ਼ ਅਤੇ ਪਾਰਥੀਅਨ ਅਤੇ ਕੁਸ਼ਾਣ, ਇਹਨਾਂ ਦੇ ਅਧੀਨ ਪੰਜਾਬ ਆ ਗਿਆ ਮੌਰੀਅਨ ਤੋਂ ਬਾਅਦ। ਆਖਰੀ ਮੌਰੀਆ ਰਾਜਾ ਬ੍ਰਿਹਦਰਥ ਦੇ ਸੈਨਾਪਤੀ, ਬ੍ਰਿਹਦਰਥ ਦਾ ਸੈਨਾਪਤੀ ਸੀ ਪੁਸ਼ਯਮਿਤਰਾ ਸੁੰਗਾ। ਉਹਨੇ ਆਪਣੀ ਰਾਜਨੀਤਿਕ ਤਾਕਤ ਸੀ ਜਿਹੜੀ ਉਹ ਸਾਰੀ ਆਪਦੇ ਹੱਥ 'ਚ ਲੈ ਲਈ। ਅਜਿਹਾ ਉਸਨੇ ਮੌਰੀਆ ਰਾਜਿਆਂ ਨੂੰ ਖਦੇੜਨ ਤੋਂ ਬਾਅਦ ਕੀਤਾ। ਉਹਨੇ ਮੱਧ ਅਤੇ ਪੂਰਬ ਭਾਰਤ ਦੇ ਵਿੱਚ ਸੁੰਗ ਵੰਸ਼ ਦੀ ਸਥਾਪਨਾ ਕੀਤੀ ਅਤੇ ਫਿਰ ਪੰਜਾਬ ਦਾ ਇਹ ਵਿਸ਼ਾਲ ਖੇਤਰ ਉਸ ਦੇ ਸਮਰਾਜ ਦਾ ਹੀ ਹਿੱਸਾ ਸੀ। ਪਰ ਜਦੋਂ ਉੱਤਰ ਪੱਛਮ ਭਾਰਤ ਦੇ ਵਿੱਚ ਮੌਰੀਆ ਵੰਸ਼ ਦੀ ਮਗਰੋਂ ਮੱਧ ਏਸ਼ੀਆ ਦੇ ਕਈ ਹੋਰ ਕੁਲਾਂ ਜਿਵੇਂ ਕਿ ਸ਼ਕ, ਯੂਨਾਨ, ਪਾਰਥੀਅਨ, ਕੁਸ਼ਾਣ ਇਹ ਸਰਗਰਮ ਰਹੇ ਕਾਫੀ। ਔਰ ਜਿਹੜੇ ਯੂਨਾਨੀਅਨ ਨੇ ਆਪਣੀ ਜੰਗ ਦੀ ਵਿਧੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤੇ। ਅਤੇ ਫਿਰ ਜਿਹੜਾ ਹੁਣ ਅਜੋਕੇ ਅੱਜ ਕੱਲ੍ਹ ਦੇ ਪੰਜਾਬ ਦੇ ਵਿੱਚ ਜੋ ਵਿਸ਼ਾਲ ਖੇਤਰ ਕਬਜ਼ੇ 'ਚ ਲੈ ਕੇ ਸਭ ਤੋਂ ਮਹੱਤਵਪੂਰਨ ਜਿਹੜਾ ਰਾਜਾ ਸੀ ਉਹ ਰਾਜਾ ਸੀ ਯੂਨਾਨੀ ਰਾਜਾ ਸੀ ਮਲਿੰਦਾ ਜਾਂ ਮੀਨੇਦਰ, ਜਿਸ ਨੇ ਇਹਨੇ ਨਾ ਪੁਸ਼ਯਮਿਤਰਾ ਸੁੰਗਾ ਦੇ ਰਾਜ ਦੇ ਵਿੱਚ ਭਾਰਤ 'ਤੇ ਕਬਜ਼ਾ ਕੀਤਾ ਸੀ। ਭਾਰਤ ਦੇ ਵਿੱਚ ਯੂਨਾਨੀ ਸ਼ਾਸਕ, ਪਹਿਲੇ ਸ਼ਾਸਕ ਜਿਨ੍ਹਾਂ ਨੇ ਆਪਣੇ ਰਾਜਿਆਂ ਦਾ ਨਾਮ 'ਤੇ ਸਿੱਕੇ ਜਾਰੀ ਕੀਤੇ ਸਨ ਉਹ ਇਹੀ ਸੀ, ਰਾਜਾ ਮਲਿੰਦਾ ਅਤੇ ਮੀਨੇਦਰ। ਇਹ ਕਾਫੀ ਇੰਪੋਰਟੈਂਟ ਬਣ ਜਾਂਦਾ ਹੈ। ਆਹ ਮੈਪ ਦੇ ਵਿੱਚ ਦਿਖਾਇਆ ਗਿਆ ਪਾਰਥੀਅਨ ਦਾ ਰਾਜ, ਪਾਰਥੀਅਨ, ਕੁਸ਼ਾਣ ਐਮਪਾਇਰ, ਇਹ ਗੰਧਾਰ, ਕੈਸਪੀਅਨ ਸੀ ਇਹਦਾ ਉੱਪਰ ਰਹੇ, ਇੱਧਰ ਕੁਸ਼ਾਣ, ਸਾਕਾ ਨੀਚੇ ਸਾਕਾ ਡਾਇਨੈਸਟੀ, ਇੱਥੇ ਸਾਕਾ। ਉਸ ਤੋਂ ਬਾਅਦ ਪਾਟਲੀਪੁੱਤਰ ਆ ਰਹੀ, ਪਾਟਲੀਪੁੱਤਰ, ਵਾਰਾਣਸੀ, ਇਹਦੇ ਉੱਪਰ ਇੱਧਰ ਅਸ਼ੋਕ ਦਾ ਰਾਜ ਸੀ। ਫਿਰ ਉਸ ਤੋਂ ਬਾਅਦ ਇਹ ਆ ਗਏ ਸੀ ਯੂਨਾਨੀ, ਸ਼ਕ, ਪਾਰਥੀਅਨ ਅਤੇ ਕੁਸ਼ਾਣ। ਇਹ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਯੂਨਾਨੀਆਂ ਦੇ ਬਾਅਦ ਦੇ ਵਿੱਚ ਰਾਜਾ ਸ਼ਕ ਰਾਜਾ ਆਇਆ। ਉਹ ਤੋਂ ਬਾਅਦ ਰਾਜ ਖੇਤਰ ਯੂਨਾਨੀਆਂ ਤੋਂ ਉਹਦਾ ਥੋੜ੍ਹਾ ਵੱਡਾ ਸੀ। ਪੰਜਾਬ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮੁੱਖ ਤਾਕਤਾਂ ਸੀ ਉਹਨਾਂ 'ਚੋਂ ਇਹਨਾਂ ਦੀ ਰਾਜਧਾਨੀ ਤਕਸ਼ਿਲਾ ਸੀ। ਜਿਹੜੇ ਸ਼ਕ ਸੀ, ਨੀਚੇ ਸ਼ਕ ਦਿਖਾਏ ਗਏ ਨੇ। ਜਿਹੜੇ ਸ਼ਕਾਂ ਤੋਂ ਬਾਅਦ ਜਿਹੜੇ ਪਾਰਥੀਅਨ ਤਾਕਤ ਵਿੱਚ ਆਏ ਫਿਰ ਇਹ ਈਰਾਨ ਦੇ ਵਾਸੀ ਸੀ ਅਤੇ ਉਸ ਤੋਂ ਬਾਅਦ ਭਾਰਤ ਵਿੱਚ ਆ ਕੇ ਹੀ ਵੱਸ ਗਏ। ਅਤੇ ਪ੍ਰਸਿੱਧ ਪਾਰਥੀਅਨ ਦਾ ਰਾਜਾ ਗੋਂਡੋਫ੍ਰਿੰਸ ਸੀ ਜਿਹੜਾ ਲੁਧਿਆਣਾ ਦੇ ਪਿੰਡ ਸਨੇਤ ਅਤੇ ਜ਼ਿਲ੍ਹਾ ਸੰਗਰੂਰ ਦੇ ਰਹੀੜਾ ਤੋਂ ਗੋਡੋਫ੍ਰਾਂਸਿਸ ਦੇ ਸਮੇਂ ਇਹਨਾਂ ਦੇ ਸਿੱਕੇ ਨਾ ਬਰਾਮਦ ਹੋਏ ਨੇ। ਪੰਜਾਬ ਅੰਡਰ ਸੁੰਗਾ, ਸ਼ਾਕਾ, ਪਾਰਥੀਅਨ, ਸੁੰਗਾ ਡਾਇਨੈਸਟੀ, ਗ੍ਰੀਕ ਗ੍ਰੇਟ ਕਿੰਗ ਮਲਿੰਦਾ, ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਮਲਿੰਦਾ ਅਤੇ ਦੂਸਰਾ ਮੀਨੇਦਰ ਸੀ, ਮਲਿੰਦਾ ਫਸਟ ਰੂਲਰ ਟੂ ਇਸ਼ੂ ਕੋਇਨ, ਇਹ ਪਹਿਲਾ ਰੂਲਰ ਸੀ ਜਿਹਨੇ ਕੋਇਨ ਨੂੰ ਇਸ਼ੂ ਕੀਤਾ, ਜਾਰੀ ਕੀਤੇ। ਸੁੰਗਾ ਡਾਇਨੈਸਟੀ, ਬ੍ਰਿਹਦਰਥ। ਉਸ ਤੋਂ ਬਾਅਦ ਸ਼ਾਕਾ ਪੰਜਾਬ ਵਾਸ ਦਾ ਫਸਟ ਆਫ 5 ਸਟੇਟ ਆਫ ਪਾਵਰ ਸ਼ਾਕਾ ਇੰਡੀਆ ਟੂ ਤਕਸ਼ਿਲਾ ਔਰ ਸਿਟਸ ਕੈਪੀਟਲ। ਉਸ ਤੋਂ ਬਾਅਦ ਪਾਰਥੀਅਨ ਫੇਮਸ ਕਿੰਗ ਸੀ, ਇਹ ਤੁਹਾਨੂੰ ਦੱਸਿਆ ਵੀ ਜਿਹੜਾ ਲੁਧਿਆਣੇ ਦੇ ਸਨੇਤ ਤੋਂ ਸੰਗਰੂਰ ਦੇ ਰਹੀੜਾ, ਕੋਪਰ ਰਹੀੜਾ, ਉਹੀ ਰਹੀੜਾ ਉਸ ਸਾਈਡ ਜਿਹੜਾ ਰਹੀੜੇ ਤੋਂ ਗੋਂਡੋਫ੍ਰਾਂਸਿਸ ਦੇ ਸਮੇਂ ਸਿੱਕੇ ਅਤੇ ਸਾਂਚੇ ਵੀ ਬਰਾਮਦ ਹੋਏ ਨੇ ਵੀ ਜਿੱਥੋਂ ਉਹ ਸਿੱਕੇ ਬਣਾਉਂਦੇ ਸੀ। ਜਿਹੜਾ ਫਾਊਂਡੇਸ਼ਨ ਆਫ ਸਾਕਾ ਈਰਾ ਕੁਸ਼ਾਨ ਵਰ ਫਸਟ ਰੂਲਰ ਟੂ ਇਸ਼ੂ ਗੋਲਡ ਕੋਇਨ। ਜਿਹੜੇ ਫਾਊਂਡੇਸ਼ਨ ਆਫ ਸਾਕਾ ਈਰਾ ਇਹਨਾਂ ਨੇ ਨਾ ਗੋਲਡ ਦੇ ਸਿੱਕੇ ਜਾਰੀ ਕੀਤੇ ਸੀ। ਫਾਊਂਡੇਸ਼ਨ ਆਫ ਸਾਕਾ ਈਰਾ ਕੁਸ਼ਾਨ ਵਰ ਫਸਟ ਇਸ਼ੂ ਗੋਲਡ ਕੋਇਨ ਇੱਧਰ ਲਿਖਿਆ ਗੋਲਡ ਕੋਇਨ। ਪਾਰਥੀਅਨ ਤੋਂ ਬਾਅਦ ਫਿਰ ਉੱਤਰ ਪੱਛਮ 'ਚ ਕੁਸ਼ਾਣ ਵੰਸ਼ ਦਾ ਰਾਜਾ ਆਇਆ। ਉਹਨੇ ਆਪਣੇ ਰਾਜ ਭਾਗ ਦੇ ਵਿੱਚ ਇੰਡਸ ਨਦੀ, ਗੰਗਾ ਨਦੀ ਦੇ ਉੱਪਰਲੇ ਅਤੇ ਮੱਧ ਖੇਤਰ ਤੱਕ ਰਾਜ ਸਥਾਪਿਤ ਕੀਤਾ। ਕਨਿਸ਼ਕ
ਇੱਕ ਮਹਾਨ ਕੁਸ਼ਾਣ ਰਾਜਾ ਸੀ, ਉਸਨੇ 78 ਈਡੀ ਵਿੱਚ ਸਾਕਾ ਯੁੱਗ ਦੀ ਨੀਂਹ ਰੱਖੀ ਸੀ। ਕਿਹੜੇ ਵਿੱਚ ਰੱਖੀ ਸੀ? 78 ਈਡੀ ਦੇ ਵਿੱਚ। ਕਨਿਸ਼ਕ ਨੇ 78 ਦੇ ਵਿੱਚ 78 ਈਡੀ ਦੇ ਵਿੱਚ ਨਹੀਂ ਰੱਖੀ। ਕੁਸ਼ਾਣ ਰਾਜੇ ਭਾਰਤ ਦੇ ਪਹਿਲੇ ਰਾਜੇ ਸੀ। ਉਹਨਾਂ ਨੇ ਪੱਥਰ ਤੇ ਸੋਨੇ ਦੇ ਸਿੱਕੇ, ਉੱਪਰ ਵੀ ਦੱਸਿਆ, ਗੋਲਡ ਕੋਇਨ ਜਾਰੀ ਕੀਤੇ। ਉਹਨਾਂ ਨੇ ਗੋਲਡ ਕੋਇਨ ਜਾਰੀ ਕੀਤੇ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਪੰਜਾਬ ਅੰਡਰ ਗੁਪਤਾ ਏਜ। ਜਿਹੜੇ ਗੁਪਤਾ ਪੀਰੀਅਡ ਸੀ, ਉਹਨਾਂ ਨੇ 200 ਸਾਲ ਰਾਜ ਕੀਤਾ। ਕੁਸ਼ਾਣ ਵੰਸ਼ ਤੋਂ ਬਾਅਦ ਗੁਪਤ ਵੰਸ਼ ਦਾ ਰਾਜ ਆਇਆ। ਉਹਨਾਂ ਨੇ ਉੱਤਰ ਭਾਰਤ ਦੇ ਵਿੱਚ ਰਾਜ ਕੀਤਾ, ਉੱਤਰੀ ਸਾਈਡ 'ਤੇ ਉਹਨਾਂ ਨੇ ਰਾਜ ਕੀਤਾ ਸੀ। ਆਹ ਦੇਖੋ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ। ਕੁਸ਼ਾਣ ਤੋਂ ਬਾਅਦ ਗੁਪਤ ਵੰਸ਼ ਨੇ ਰਾਜ ਕੀਤਾ। ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ ਸੀ 319 ਤੋਂ 320 AD। ਉਸ ਤੋਂ ਮਗਰ ਦਾ ਪੁੱਤਰ ਸਮੁੰਦਰਗੁਪਤ ਨੇ ਰਾਜ ਕੀਤਾ। ਇਸ ਵੰਸ਼ ਦਾ ਜਿਹੜਾ ਸੰਸਥਾਪਕ ਮਤਲਬ ਸ਼ੁਰੂ ਕਰਨ ਵਾਲਾ ਕੌਣ ਸੀ? ਸ਼੍ਰੀ ਗੁਪਤਾ ਇਜ਼ ਦਾ ਫਾਊਂਡਰ ਆਫ ਦਾ ਗੁਪਤ ਕਾਲ। ਸ਼੍ਰੀ ਗੁਪਤਾ ਨੇ ਇਹ ਸ਼ੁਰੂ ਕੀਤਾ ਸੀ। ਪੇਪਰ ਦੇ ਪੁਆਇੰਟ ਆਫ ਵਿਊ ਨਾਲ ਕਾਫੀ ਫੇਮਸ ਕੁਐਸਚਨ ਆ। ਉਸ ਤੋਂ ਮਗਰ ਉਹਦਾ ਪੁੱਤਰ ਸਮੁੰਦਰਗੁਪਤ ਨੇ ਰਾਜ ਕੀਤਾ, ਗੁਪਤ ਵੰਸ਼ ਦਾ ਵਿਸਤਾਰ ਕੀਤਾ ਅਤੇ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਵੀ ਜਾਰੀ ਕੀਤੇ। ਲੁਧਿਆਣੇ ਦੇ ਸਨੇਤ ਪਿੰਡ ਅਤੇ ਹੋਰਨਾਂ ਥਾਵਾਂ ਤੋਂ ਮਿਲੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੰਜਾਬ ਦੇ ਵਿੱਚ ਗੁਪਤ ਵੰਸ਼ ਦਾ ਹਿੱਸਾ ਰਿਹਾ। ਉਸ ਤੋਂ ਬਾਅਦ ਗੁਪਤਾ ਵੰਸ਼ ਤੋਂ ਬਾਅਦ ਆ ਜਾਂਦਾ ਪੰਜਾਬ ਅੰਡਰ ਗੁਪਤਾ ਏਜ ਰੂਲਡ 200 ਸਾਲ ਆਫਟਰ ਕੁਸ਼ਾਣ ਗੁਪਤ ਵਰ ਇੰਪੋਰਟੈਂਟ ਰੂਲਰ। ਇਹ ਕਾਫੀ ਫੇਮਸ ਆ ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਕੁਸ਼ਾਣ ਤੋਂ ਬਾਅਦ ਇੰਪੋਰਟੈਂਟ ਰੂਲਰ ਕਿਹੜਾ ਸੀ? ਫਾਊਂਡਰ ਕੌਣ ਸੀ? ਸ਼੍ਰੀ ਗੁਪਤਾ। ਸਕਸੀਡਡ ਬਾਏ ਸਨ ਸਮੁੰਦਰਗੁਪਤਾ। ਸਟੱਕ ਯੂਪਾ ਟਾਈਪ ਗੋਲਡ ਕੋਇਨ, ਇਹ ਵੀ ਤੁਹਾਨੂੰ ਦੱਸ ਚੁੱਕਿਆ। ਉਸ ਦਾ ਹੀ ਡਿਸਕਵਰਡ ਦਾ ਰੈੱਡ ਪੋਲਿਸ਼ਡ ਪੋਇਟਰੀ ਆਫ ਦਾ ਸਨੇਤ ਇਨ ਲੁਧਿਆਣਾ ਡਿਸਟ੍ਰਿਕਟ ਮੇਕ ਇਟ ਐਵੀਡੈਂਸ ਆਫ ਪੰਜਾਬ ਵਾਜ਼ ਪਾਰਟ ਆਫ ਇਟ। ਪੰਜਾਬ ਇਹਦਾ ਹਿੱਸਾ ਰਿਹਾ, ਇਸ ਗੱਲ ਦੀ ਗਵਾਹੀ ਭਰਦੇ ਹਨ। ਇਹ ਵੀ ਤੁਹਾਨੂੰ ਦੱਸ ਚੁੱਕਿਆ। ਉਸ ਤੋਂ ਬਾਅਦ ਆਹ ਸਿੱਕੇ ਨੇ, ਇਸ ਤਰ੍ਹਾਂ ਦੇ ਸਿੱਕੇ ਸੀ ਜੋ ਮਿਲੇ ਨੇ ਉੱਥੋਂ, ਇਸ ਚੀਜ਼ ਦੀ ਗਵਾਹੀ ਭਰਦੇ ਵੀ ਹਾਂ ਪੰਜਾਬ ਦੇ ਵਿੱਚ ਇਹਨਾਂ ਦਾ ਰਾਜ ਰਿਹਾ। ਕਿਉਂਕਿ ਜਿਹੜੇ ਇਤਿਹਾਸਕਾਰ ਜਿਹੜੇ ਖੋਜਦੇ ਨੇ ਉਹਨਾਂ ਨੇ ਇਹ ਚੀਜ਼ਾਂ ਲੱਭੀਆਂ, ਉਹ ਲੱਭ ਕੇ ਉਹਨਾਂ ਨੇ ਦੱਸਿਆ ਵੀ ਇਹ ਏਰੀਏ ਦੇ ਵਿੱਚ ਇਹਨਾਂ ਦਾ ਰਾਜ ਰਿਹਾ ਅਤੇ ਇਹ ਚੀਜ਼ਾਂ ਇਹਨਾਂ ਨੇ ਜਾਰੀ ਕੀਤੀਆਂ। ਕਿ ਇਹਨਾਂ ਨੇ ਲਾਇਬ੍ਰੇਰੀ ਬਣਾਈ, ਕਈਆਂ ਨੇ ਤਕਸ਼ਿਲਾ ਬਣਾਈ, ਕਿਸੇ ਰਾਜੇ ਨੇ, ਮਤਲਬ ਜਿਨ੍ਹਾਂ ਨੇ ਬਣਾਏ ਉਸ ਦੇ ਨਾਮ ਮੈਂ ਤੁਹਾਨੂੰ ਅੱਗੇ ਦੱਸੂਗਾ ਅਗਲੀ ਵੀਡੀਓ ਦੇ ਵਿੱਚ। ਇਹ ਹੁਣ ਸਿਰਫ ਅਸੀਂ ਮੇਨ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਪੜ੍ਹ ਰਹੇ, ਜ਼ਿਆਦਾ ਡੈਪਥ 'ਚ ਨਹੀਂ ਪੜ੍ਹ ਰਹੇ, ਜ਼ਿਆਦਾ ਡੂੰਘੇ ਚੀਜ਼ ਦਾ ਇਤਿਹਾਸ ਦਾ ਅਧਿਐਨ ਉਸ ਤੋਂ ਬਾਅਦ ਕਰਾਂਗੇ। ਕਿ ਇਹ ਪੰਜਾਬ ਦੇ ਪੇਪਰਾਂ ਦੀ ਤਿਆਰੀ ਦੇ ਹਿਸਾਬ ਨਾਲ ਤੁਹਾਨੂੰ ਇਹ ਮੇਨ ਕੁਐਸਚਨ ਮੈਂ ਦੱਸ ਰਿਹਾ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵਰਧਾਨ ਕਾਲ ਦਾ ਅਧੀਨ ਪੰਜਾਬ ਕਿੰਨਾ ਟਾਈਮ ਰਿਹਾ? ਅੰਡਰ ਵਰਧਾਨਾ ਏਜ। ਵਰਧਾਨਾ ਦਾ ਕਿੰਗ ਸੀ ਹਰਸ਼ਵਰਧਨ। ਵਰਧਾਨ ਕਾਲ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਇਸ ਨੂੰ। ਕਿੰਗ ਹਰਸ਼ਵਰਧਨ ਦਾ ਲਾਸਟ ਗ੍ਰੇਟ ਹਿੰਦੂ ਅੰਪਾਇਰ, ਲਾਸਟ ਗ੍ਰੀਕ ਹਿੰਦੂ ਅੰਪਾਇਰ ਸੀ। ਆਹ ਦੇਖੋ ਫੋਟੋ ਦੇ ਵਿੱਚ ਕਿੰਗ ਹਰਸ਼ਵਰਧਨ। ਅੰਡਰ ਵਰਧਾਨਾ ਏਜ। ਹਰਸ਼ਵਰਧਨ ਦਾ ਜਿਹੜਾ ਕਾਲ ਸੀ ਉਹ ਸੀਗਾ 607 ਤੋਂ 647। ਇਹਦੀ ਪਰਸਨਲ ਡਿਟੇਲ। ਰੂਲਰ ਪੀਰੀਅਡ ਸੀ 606 AD ਤੋਂ 647 AD। ਫਾਦਰ ਸਨ ਇਹਦੇ ਪ੍ਰਭਾਕਰ ਵਰਧਨ। ਬ੍ਰਦਰ ਸਨ ਰਾਜਿਆਵਰਧਨ। ਸਿਸਟਰ ਸੀ ਰਾਜਸ਼੍ਰੀ। ਟਾਈਟਲ ਉੱਤਰ ਪਾਥੇਸ਼ਵਰ ਇੰਪਾਇਰ ਆਫ 5 ਇੰਡੀਜ਼। ਕੈਪੀਟਲ ਸਿਟੀ ਸੀ ਦੀ ਥਾਨੇਸ਼ਵਰ। ਇਸ ਦੇ ਸਮੇਂ ਹੀ ਹਰਸ਼ ਦਾ 606 AD ਦੇ ਵਿੱਚ ਹਰਸ਼ ਕਾਲ ਦਾ ਆਰੰਭ ਹੁੰਦਾ ਹੈ। ਉਸ ਸਮੇਂ ਜਿਹੜਾ ਮਹਾਨ ਚੀਨੀ ਯਾਤਰੀ ਹਿਊਨ-ਸਾਂਗ ਭਾਰਤ ਆਇਆ ਸੀ, ਉਹਨੇ ਪੁਰਾਤਨ ਕਾਲ ਸ਼ਹਿਰ ਸਰਹੰਦ ਦੀ ਆਪਣੀ ਕਿਤਾਬਾਂ ਵਿੱਚ ਕਾਫੀ ਸਿਫਤ ਕੀਤੀ ਹੈ। ਉਹ ਸਰਹੰਦ ਦੀ ਉਸ ਟਾਈਮ ਸਰਹੰਦ ਦੇ ਉੱਪਰ ਉਸਨੇ ਮਤਲਬ ਆਪਣੀ ਜਿਹੜੀ
ਲਿਖਤ ਉਹਦੇ ਵਿੱਚ ਉਸ ਦਾ ਵਰਣਨ ਕੀਤਾ ਗਿਆ ਹੈ ਉਸਨੇ ਹਿਊਨ-ਸਾਂਗ ਨੇ। ਅਤੇ ਇਹ ਕੁਐਸਚਨ ਬਣ ਜਾਂਦਾ ਹੈ ਵੀ ਚੀਨੀ ਯਾਤਰੀ ਕੌਣ ਭਾਰਤ ਆਇਆ ਪਹਿਲਾਂ। ਉਹ ਆਇਆ ਚੀਨੀ ਯਾਤਰੀ ਹਿਊਨ-ਸਾਂਗ ਸੀ ਜੋ ਭਾਰਤ ਆਇਆ। ਉਹਨੇ ਪੁਰਾਤਨ ਸ਼ਹਿਰ ਸਰਹੰਦ ਨੂੰ ਆਪਦੀ ਲਿਖਤ ਕਲਾ ਦੇ ਵਿੱਚ ਲਿਖਿਆ, ਜੋ ਉਸ ਟਾਈਮ ਇਹਨੂੰ ਉਹਦਾ ਵਰਣਨ ਕੀਤਾ ਗਿਆ ਹੈ ਸਰਹੰਦ ਦਾ। ਇਸ ਤੋਂ ਬਾਅਦ ਗੱਲ ਕਰ ਲਈਏ ਅਸੀਂ ਮੁਸਲਿਮ ਇਨਵੇਜਨ ਇਨ ਪੰਜਾਬ। ਹੁਣ ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਮਹਿਮੂਦ ਗਜਨੀ ਦੇ ਆਗਮਨ ਦੇ ਸਮੇਂ, ਉਸ ਟਾਈਮ ਦੀ ਗੱਲ ਆ ਜਾਂਦੀ ਹੈ। ਮੁਸਲਿਮ ਇਨਵੇਜ਼ਨ ਇਨ ਪੰਜਾਬ, ਪੰਜਾਬ ਦੇ ਵਿੱਚ ਮੁਸਲਮਾਨਾਂ ਦਾ ਆਗਮਨ, ਜਦੋਂ ਮੁਸਲਮਾਨ ਪੰਜਾਬ ਦੇ ਵਿੱਚ ਆਏ ਸਨ। ਮੁਸਲਿਮ ਇਨਵੇਜ਼ਨ ਇਨ ਪੰਜਾਬ ਦੇ ਵਿੱਚ ਹੁਣ ਅਸੀਂ ਪੜ੍ਹਾਂਗੇ ਅੱਗੇ। ਡਿਊਰਿੰਗ ਦ ਇਨਵੇਜ਼ਨ ਆਫ ਸੁਲਤਾਨ ਮੁਹੰਮਦ ਆਫ ਗਜਨੀ ਦਾ ਏਰੀਆ ਪੰਜਾਬ ਵਾਜ਼ ਅੰਡਰ ਦਾ ਹਿੰਦੁਸਤਾਨੀ ਡਾਇਨੈਸਟੀ ਰਾਜਾ ਜੈਪਾਲ ਰਾਜਾ। ਹੀ ਬਿਲਟ ਅੰਪਾਇਰ ਫਰੋਮ ਸਰਹੰਦ ਟੂ ਅੰਪਾਕਾ ਵਿਦ ਬਠਿੰਡਾ ਕੈਪੀਟਲ ਸੀ। ਫਾਦਰ ਸ਼ਿਫਟ ਦਾ ਕੈਪੀਟਲ ਫਰੋਮ ਬਠਿੰਡੇ ਤੋਂ ਸਰਹੰਦ ਉਹਦੀ ਕੈਪੀਟਲ ਨੂੰ ਸ਼ਿਫਟ ਕੀਤਾ। ਬਟ ਹੀ ਕੁਡ ਨਾਟ ਸਟੈਂਡ ਅਗੇਂਸਟ ਦਾ ਇਨਵੇਜ਼ਨ ਆਫ ਮੁਹੰਮਦ ਗਜ਼ਨੀ, ਉਹ ਸਟੈਂਡ ਨਹੀਂ ਕਰ ਸਕਿਆ। ਅਤੇ 17 ਅਟੈਕ ਔਨ ਇੰਡੀਆ, 17 ਹਮਲੇ ਕੀਤੇ ਉਹਨੇ। 1191 ਦੇ ਵਿੱਚ ਫਸਟ ਬੈਟਲ ਆਫ ਤਰਾਇਨ ਦੀ ਪਹਿਲੀ ਲੜਾਈ ਹੋਈ ਸੀ 1191 ਅਤੇ 92 ਦੇ ਵਿੱਚ, ਮਤਲਬ 91 'ਚ ਪਹਿਲੀ ਹੋਈ ਸੀ ਤਰਾਇਨ। ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਆਪਸ ਦੇ ਵਿੱਚ ਲੜੇ ਸੀ। ਉਸ ਤੋਂ ਬਾਅਦ 1192 ਦੇ ਵਿੱਚ ਦੂਸਰੀ ਸੈਕੰਡ ਬੈਟਲ ਆਫ ਤਰਾਇਨ ਹੋਈ, ਉਹ 'ਚ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਲੜੇ ਸੀਗੇ। ਅਤੇ ਮੁਹੰਮਦ ਗਜ਼ਨਵੀ ਦੇ ਉਹਨੇ ਹਿੰਦੂ ਸ਼ਾਹੀ 'ਤੇ ਕਬਜ਼ਾ ਕੀਤਾ। ਜਿਹੜਾ ਹਿੰਦੂ ਸ਼ਾਹੀ ਸੱਤਾ 'ਤੇ ਰਾਜਾ ਜੈਪਾਲ ਨੇ ਆਪਣੀ ਸਲਤਨਤ ਨੂੰ ਸਰਹੰਦ ਤੋਂ ਲੰਮਪਾਕਾ, ਜਿਹੜਾ ਹੁਣ ਲੰਮਿਆਨ ਤੱਕ ਫੈਲਿਆ ਹੋਇਆ, ਬਠਿੰਡਾ ਉਸ ਦੀ ਰਾਜਧਾਨੀ ਸੀ। ਬਾਅਦ ਦੇ ਵਿੱਚ ਉਹਨੇ ਆਪਣੀ ਰਾਜਧਾਨੀ ਬਦਲ ਕੇ ਬਠਿੰਡਾ ਤੋਂ ਸਰਹੰਦ ਬਣਾਈ। ਅਤੇ ਮੁਸਲਿਮ ਰਾਜੇ ਖਾਸ ਤੌਰ 'ਤੇ ਜਿਹੜਾ ਮੁਹੰਮਦ ਗਜ਼ਨੀ ਆ, ਭਾਰਤ ਦੇ ਲਗਾਤਾਰ ਵੱਧ ਰਹੇ ਹਮਲਿਆਂ ਦੇ ਕਾਰਨ ਭਾਰਤ ਦੇ ਸੰਦੇਹ ਅਤੇ ਸਥਿਰਤਾ ਵਾਲੇ ਹਾਲਾਤ ਪੈਦਾ ਕਰਤੇ। ਉਹਨੇ ਬਹੁਤ ਲੁੱਟਿਆ ਉਹਨੇ ਪੰਜਾਬ ਨੂੰ। ਇਹਨਾਂ ਹਾਲਾਤਾਂ ਵਿੱਚ ਹਿੰਦੂ ਸ਼ਾਹੀ ਰਾਜੇ ਦਾ ਜਿਹੜਾ ਪਤਨ ਹੋ ਗਿਆ। ਰਾਜਪੂਤ ਵੰਸ਼ ਅੱਗੇ ਤਾਕਤ ਦੇ ਵਜੋਂ ਉੱਭਰਿਆ। ਚੌਹਾਨ ਵੰਸ਼ ਦੇ ਪਹਿਲੇ ਰਾਜੇ ਸੀ ਜਿਹੜੇ ਅਜਮੇਰ ਦੇ ਵਿੱਚ ਆਪਣਾ ਰਾਜ ਕੀਤਾ, ਪਰ ਅਜਿਹਾ ਮੰਨਿਆ ਜਾਂਦਾ ਕਿ 1164 1191 92 ਦਾ ਲਿਖਿਆ ਹੋਇਆ, ਪਰ ਜਿਹੜਾ 1164 ਦੀ ਗੱਲ ਕਰ ਰਹੇ ਹਾਂ, 1164 ਦੇ ਵਿੱਚ ਦਿੱਲੀ ਅਤੇ ਸਤਲੁਜ ਦੇ ਵਿਚਲੇ ਇਲਾਕਿਆਂ 'ਤੇ ਆਪਣਾ ਕਬਜ਼ਾ ਕਰ ਲਿਆ। ਸਰਹੰਦ ਅਤੇ ਬਠਿੰਡਾ ਉੱਤਰ ਪੱਛਮ ਦੇ ਵਿੱਚ ਸੀ ਜਿਹੜੇ ਉਹ ਰਾਜਪੂਤ ਸਮਰਾਜ ਦੇ ਦੋ ਮਹੱਤਵਪੂਰਨ ਕਿਰਿਆਸ਼ੀਲ ਫੌਜੀ ਸਟੇਸ਼ਨ ਸੀਗੇ। ਸ਼ਹਾਬੂਦੀਨ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ, ਜੋ ਕਿ ਦਿੱਲੀ ਚੌਹਾਨ ਵੰਸ਼ ਦਾ ਆਖਰੀ ਨਾਮਵਰ ਰਾਜਾ ਸੀ, ਉਸਨੇ 1192 ਈੜੀ ਦੇ ਵਿੱਚ ਪ੍ਰਸਿੱਧ ਤਰਾਇਨ ਦੀ ਲੜਾਈ ਨੂੰ ਹਰਾ ਕੇ ਦਿੱਲੀ ਤੱਕ ਸਰਹੰਦ ਦੇ ਸੂਦੇ ਸਾਰੇ ਤੁਰਕਾਂ ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ। ਸੋ ਇੱਥੇ ਤੱਕ ਅਸੀਂ ਪੜ੍ਹਿਆ ਗਾ ਵੀ ਪੰਜਾਬ ਦੇ ਵਿੱਚ ਮੁਸਲਮਾਨਾਂ ਦਾ ਆਗਮਨ। ਇਹ ਅਸੀਂ ਏਸ਼ੀਅੰਟ ਹਿਸਟਰੀ ਦਾ ਪਾਰਟ ਸੀਗਾ, ਜੋ ਕਿ ਤੁਹਾਨੂੰ ਕਾਫੀ ਸ਼ਾਰਟ ਤਰੀਕੇ ਨਾਲ ਕਰਾਈ ਹੈ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਰਾਈ। ਅਤੇ ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਪੰਜਾਬ ਦੇ ਵਿੱਚ ਮੱਧਕਾਲੀਨ ਇਤਿਹਾਸ। ਮੱਧਕਾਲੀਨ ਇਤਿਹਾਸ ਦੇ ਵਿੱਚ ਮੁਹੰਮਦ ਗੌਰੀ ਤੋਂ ਬਾਅਦ ਜਿਹੜਾ ਕੁਤਬਦੀਨ ਐਬਕ ਆਉਂਦਾ, ਫਿਰ 1206 ਈੜੀ ਦੀ ਤੋਂ 1210 ਈੜੀ ਦੇ ਵਿੱਚ ਆਪਦਾ ਰਾਜ ਕਰਦਾ। ਉਹ ਤੋਂ ਬਾਅਦ ਫਿਰ ਕਈ ਸਫਲ ਸ਼ਾਸਕ ਆਉਂਦੇ ਨੇ। ਇਲਤੁਤਮਿਸ਼ ਹੋ ਗਿਆ, ਉਹਨੇ 26 ਸਾਲ ਰਾਜ ਕੀਤਾ। ਇਲਤੁਤਮਿਸ਼ ਦੇ ਮਗਰੋਂ ਉਹ ਮਹੱਤਵਪੂਰਨ ਸ਼ਾਸਕ ਰਜੀਆ ਸੀ, ਪਰ ਉਹ ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਸੀਗੀ। ਕਾਫੀ ਪੇਪਰ ਵਿੱਚ ਕਾਫੀ ਵਾਰ ਪੁੱਛਿਆ ਗਿਆ ਵੀ ਪੰਜਾਬ ਦੀ ਭਾਰਤ ਦੇ ਵਿੱਚ ਪਹਿਲੀ ਮਹਿਲਾ ਸ਼ਾਸਕ ਕੌਣ ਸੀ, ਉਹ ਰਜੀਆ ਸੁਲਤਾਨਾ ਸੀ। ਉਸ ਦੇ ਬਾਰੇ ਅਸੀਂ ਅਗਲੀ ਵੀਡੀਓ ਵਿੱਚ ਪੜ੍ਹਾਂਗੇ। ਅਤੇ ਇਹ ਇੱਕ ਛੋਟੇ ਪਾਰਟ ਦੇ ਵਿੱਚ ਤੁਹਾਨੂੰ ਸਾਰੀ ਚੀਜ਼ਾਂ ਨੂੰ ਰਿਵਾਈਜ਼ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਇਸ ਤੋਂ ਬਾਅਦ ਅਸੀਂ ਮੱਧਕਾਲੀਨ ਇਤਿਹਾਸ ਦੀ ਗੱਲ ਕਰਾਂਗੇ। ਉਹਦੇ ਵਿੱਚ ਅਸੀਂ ਬਲਬਨ ਦੇ ਬਾਰੇ ਵੀ ਪੜ੍ਹਾਂਗੇ, ਸ਼ੇਰ ਖਾਨ। ਅਤੇ ਉਸ ਤੋਂ ਇਲਾਵਾ ਅਸੀਂ ਉਸ ਤੋਂ ਬਾਅਦ ਖਿਲਜੀ ਵੰਸ਼, ਤੁਗਲਕ ਵੰਸ਼, ਸਈਅਦ ਅਤੇ ਲੋਧੀ ਵੰਸ਼, ਪੰਜਾਬ ਦੇ ਵਿੱਚ ਜਿਹੜੀ ਮੁਗਲ ਸਲਤਨਤ ਆ 1712 ਈਸਵੀ ਦੇ ਵਿੱਚ, ਉਹ ਚੀਜ਼ ਨੂੰ ਵੀ ਪੜ੍ਹਾਂਗੇ। ਅਤੇ ਇਸ ਤੋਂ ਇਲਾਵਾ ਅਸੀਂ ਫਿਰ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਦੀ ਗੱਲ ਕਰਾਂਗੇ, ਫੋਟੋ ਵਿੱਚ ਦਿਖਾਇਆ ਗਿਆ ਹੈ। ਅਤੇ ਉਸ ਤੋਂ ਬਾਅਦ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਾਂਗੇ, ਉਹ ਅਸੀਂ ਅਗਲੀ ਵੀਡੀਓ ਵਿੱਚ ਪਾਵਾਂਗੇ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੰਨੀ ਸਮਝ ਆਈ ਆ। ਅਤੇ ਤੁਹਾਨੂੰ ਇੱਥੋਂ ਇੱਕ ਕੁਐਸਚਨ ਅਸੀਂ ਪੁੱਛਦੇ ਹਾਂ ਕਿ ਜੋ ਕਮੈਂਟ ਸੈਸ਼ਨ ਵਿੱਚ ਜ਼ਰੂਰ ਦੱਸਣਾ, ਇੱਕ ਕੁਐਸਚਨ ਕਿ ਜਿਹੜਾ ਮੌਰੀਆ ਸਾਮਰਾਜ ਦੇ ਅਧੀਨ ਪੰਜਾਬ ਕਿਹੜੀ ਸ਼ਤਾਬਦੀ ਦੇ ਅਧੀਨ ਆਇਆ ਸੀ। ਅਤੇ ਇੱਕ ਕੁਐਸਚਨ ਹੋਰ ਦੱਸਣਾ ਕਿ ਇਰਾਨੀ ਅਤੇ ਯੂਨਾਨੀਆਂ ਦੇ ਹਮਲੇ ਦੇ ਵਿੱਚ ਕਿਹੜਾ ਰਾਜਾ ਸੀ ਅਤੇ ਕਿਹੜੇ ਸਾਲ ਦੇ ਵਿੱਚ ਉਹ ਹੋਇਆ। ਅਤੇ ਜਦੋਂ ਸਿਕੰਦਰ ਦਾ ਹਮਲਾ ਹੋਇਆ ਉਹ ਕਿਹੜਾ ਹੋਇਆ ਸੀ। ਸਿਕੰਦਰ ਅਤੇ ਗ੍ਰੀਕ ਇਨਵੇਜ਼ਨ ਕਦੋਂ ਹੋਏ ਅਤੇ ਕਿੰਨਾ ਵਿਚਕਾਰ ਉਹ ਹੈਡੀਪਸ ਦੀ ਲੜਾਈ ਹੋਈ।
थैंक यू फॉर वॉचिंग दिस वीडियो। लाइक एंड शेयर जरूर करो फ्रेंड्स।